सर पंजाब सरकार खास तौर ते जिहड़े बुढ़ापा ते विधवा जिहड़ियां पेंशनस ने उन्हां नूं लैके एक नीति बनाई है नवीं कि जिहड़े पहलां अकाउंट दे विच पैसे जांदे सी ओह हुण बाय चैक जिहड़े आ 1 बाय 1 बुला के उन्हां नूं चैक जिहड़े ने दित्ते जाणगे। कमल हले कोई नीति नहीं बनी हैगी। दरअसल गल यह आ कि 2022 ਦੀਆਂ ਚੋਣਾਂ ਅੱਗੇ ਆ ਰਹੀਆਂ ਨੇ। ਪੰਜਾਬ ਦੇ 26,27,000 ਦੇ ਕਰੀਬ ਪੈਨਸ਼ਨਰ ਨੇ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਸਕੀਮ ਦੇ ਤਹਿਤ ਸਰਕਾਰ ਵੱਲੋਂ ਪੈਨਸ਼ਨ ਆ ਜਿਹੜੀ ਉਹ ਦਿੱਤੀ ਜਾਂਦੀ ਆ। ਅਸਲ ਗੱਲ ਇਹ ਆ ਕਿ 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਆਗੂਆਂ ਨੇ, ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ, ਐਮਐਲਏ ਨੇ, ਹਲਕਾ ਇੰਚਾਰਜਾਂ ਨੇ ਸਰਕਾਰ ਨੂੰ ਰਾਏ ਦਿੱਤੀ ਕਿ ਜਿਹੜੀ ਉਹ ਵਧੀ ਹੋਈ ਪੈਨਸ਼ਨ ਆ ਆਪਾਂ 1500 ਰੁਪਇਆ ਦੇਣੀ ਆ ਉਹ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਬਜਾਏ ਆਪਾਂ ਚੈੱਕ ਬਣਾਏ ਜਾਣ। ਚੈੱਕ ਬਣਾ ਕੇ ਉਹ ਅੱਗੇ ਉਹਨਾਂ ਨੂੰ ਜਿਹੜਾ ਜਿਹਦੇ ਨਾਮ ਦਾ ਚੈੱਕ ਆ ਪੈਨਸ਼ਨ ਆ ਜਿਹਦੀ ਉਹਨੂੰ ਦਿੱਤੀ ਜਾਵੇ ਤੇ ਨਾਲ ਦੀ ਨਾਲ ਉਹਨੂੰ ਵਾਅਦਾ ਯਾਦ ਕਰਾਇਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੁਹਾਡੀ ਪੈਨਸ਼ਨ 750 ਤੇ 1500 ਰੁਪਇਆ ਕਰਤੀ, ਹੁਣ ਤੂੰ ਅਗਲੀਆਂ ਚੋਣਾਂ ਦੇ ਵਿੱਚ ਸਾਡਾ ਧਿਆਨ ਰੱਖੀ। ਤੇ ਬੇਰੁਜ਼ਗਾਰੀ ਭੱਤਾ ਵੀ ਜਿਹੜਾ ਸ਼ਾਇਦ ਐਲਾਨਣ ਦੀ ਗੱਲ ਕੀਤੀ ਗਈ ਸੀ ਵਧਾਉਣ ਦੀ, ਮੈਨੂੰ ਜਿੱਥੇ ਤੱਕ ਮੈਂ ਸਹੀ ਗਲਤ ਨਹੀਂ ਆ ਤੇ 150 ਰੁਪਇਆ ਸ਼ਾਇਦ ਬੇਰੁਜ਼ਗਾਰੀ ਭੱਤਾ ਮਿਲਦਾ ਹੈ ਨੌਜਵਾਨਾਂ ਨੂੰ। ਬਿਲਕੁਲ ਇੰਨਾ ਕਿ ਮੈਨੂੰ ਤਾਂ ਲੱਗਦਾ ਨਹੀਂ ਵੀ ਕਿੰਨਾ ਕੁ ਮਿਲਦਾ ਹੋਵੇ, ਕਿਸੇ ਨੂੰ ਦਿੱਤਾ ਨਹੀਂ। ਪਿਛਲੇ ਸਮੇਂ ਦੇ ਦੌਰਾਨ ਅਸੀਂ ਗੱਲ ਕੀਤੀ ਸੀਗੀ ਕਿ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਜੇਕਰ ਘਰ ਘਰ ਰੁਜ਼ਗਾਰ ਨਾ ਦੇ ਸਕੇ ਤਾਂ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਪਰ ਇਸ ਸਰਕਾਰ ਨੇ ਕਿਸੇ ਨੂੰ ਵੀ ਬੇਰੁਜ਼ਗਾਰ ਨੂੰ ਕੋਈ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ। ਮਨਪ੍ਰੀਤ ਬਾਦਲ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਇਹੀ ਇੱਕ ਮੰਤਰੀ ਦੇਖੇ ਨੇ ਮੈਂ ਜਿਨ੍ਹਾਂ ਦੀ ਸਟੇਟਮੈਂਟ ਹਮੇਸ਼ਾ ਸੇਮ ਰਹੀ ਹੈ। ਜਦੋਂ ਅਕਾਲੀ ਦਲ ਸਰਕਾਰ 'ਚ ਸੀ ਉਦੋਂ ਵੀ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ ਤੇ ਹੁਣ ਜਦੋਂ ਕਾਂਗਰਸ ਦੀ ਸਰਕਾਰ 'ਚ ਆ ਗਿਆ ਉਦੋਂ ਵੀ ਕਹਿੰਦੇ ਆ ਕਿ ਖਜ਼ਾਨਾ ਖਾਲੀ ਹੈ। ਬਿਲਕੁਲ ਦੇਖੋ ਇਹ ਤਾਂ ਗੱਲ ਠੀਕ ਹੈ ਕਿ ਖਜ਼ਾਨਾ ਇਹ ਤਾਂ ਹੈ ਨਹੀਂ ਕਿ ਇੱਕ ਪੀਪਾ ਹੈ ਜਾਂ ਇੱਕ ਡੱਬਾ ਹੈ ਵੀ ਇਹ 'ਚੋਂ ਸਾਰਾ ਕੁਝ ਕੱਢ ਲਿਆ ਖਾਲੀ ਹੈ, ਜਾਂ ਇਹ ਨਹੀਂ ਹੈਗਾ ਕਿ ਜੋ ਇਹਨੂੰ ਇੱਕ ਵਾਰੀ ਪਾਤਾ ਭਰਤਾ। ਦੇਖੋ ਇਹ ਟ੍ਰਾਂਜੈਕਸ਼ਨ ਆ, ਇੱਧਰੋਂ ਪੈਸਾ ਆਉਣਾ ਉੱਧਰੋਂ ਦੇਣਾ, ਟੈਕਸ ਕਿਸੇ ਪਾਸੋਂ ਕਲੈਕਟ ਕਰਨੇ ਇਕੱਤਰ ਕਰਨੇ ਤੇ ਦੂਜੇ ਪਾਸੇ ਵੰਡੇ ਜਾਣ। ਪਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੋ ਤੁਸੀਂ ਮੰਗਦੇ ਆ, ਜੋ ਤੁਸੀਂ ਸਹੂਲਤਾਂ ਮੰਗਦੇ ਆ, ਉਹਦੀ ਜਿਹੜੀ ਭਰਪਾਈ ਆ ਉਹ ਤੁਹਾਨੂੰ ਇਹ ਕਰਨੀ ਪੈਣੀ ਆ। ਸਰਕਾਰ ਨੂੰ ਬਹੁਤ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਜ਼ਰੂਰਤ ਆ। ਲੋਕਾਂ ਨੂੰ ਵੀ ਆਪਣੇ ਦੇ ਵਿੱਚ ਇੱਕ ਸੁਧਾਰ ਲਿਆਉਣਾ ਪਊਗਾ ਕਿ ਉਹਨਾਂ ਨੂੰ ਜਿਹੜੀਆਂ ਮੁਫਤ ਦੇ ਜਿਹੜੇ ਲੋਲੀਪੌਪ ਆ, ਮੁਫਤ ਖਾਣ ਦੀ ਜਿਹੜੀ ਆਦਤ ਪੈ ਗਈ ਆ ਉਹ ਛੱਡਣੀ ਪਵੇਗੀ। ਜੇ ਮੰਗ ਕਰਨੀ ਪਵੇਗੀ ਤਾਂ ਉਹ ਲੋਕ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਮੰਗ ਕਰਨ ਕਿ ਸਾਨੂੰ ਐਜੂਕੇਸ਼ਨ ਚਾਹੀਦੀ ਆ, ਸਾਨੂੰ ਹੈਲਥ ਚਾਹੀਦੀ ਆ, ਜਾਂ ਫਿਰ ਸਾਡੇ ਬੱਚਿਆਂ ਨੂੰ ਚਾਹੀਦਾ ਰੁਜ਼ਗਾਰ ਪੈਦਾ ਕਰੋ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿਓ। ਸਾਨੂੰ ਜਦੋਂ ਰੁਜ਼ਗਾਰ ਮਿਲ ਗਏ ਅਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਟੈਕਸ ਆ ਉਹ ਵੀ ਦੇਣ ਨੂੰ ਤਿਆਰ ਆ। ਬੱਚਿਆਂ ਦੇ ਟਿਫਨ 'ਚੋਂ ਟਿਫਨ ਬੋਮ ਮਿਲੇ ਨੇ ਔਰ ਉਹਨਾਂ ਨੇ ਇਹ ਡਿਸਕਲੋਜ਼ ਕੀਤਾ ਹੈ ਕਿ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਰਾਹੀਂ ਜਿਹੜੇ ਇਹ ਬੋਮ ਨੇ ਉਹ ਸੁੱਟੇ ਗਏ ਨੇ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਖਤੀ ਵਧਾਈ ਗਈ ਹੈ। ਖਾਸ ਤੌਰ ਤੇ 15 ਅਗਸਤ ਜਿਹੜੀ ਆਉਣ ਵਾਲੀ ਹੈ ਔਰ 15 ਅਗਸਤ ਤੋਂ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਆਏ ਸਾਲ ਹੀ ਹੁੰਦੀਆਂ ਰਹਿੰਦੀਆਂ ਨੇ, ਪਰ ਡੀਜੀਪੀ ਦਿਨਕਰ ਗੁਪਤਾ ਨੇ ਬਿਲਕੁਲ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਵੱਡਾ ਅੱਤਵਾਦੀ ਹਮਲਾ ਜਿਹੜਾ ਹੋ ਸਕਦਾ ਸੀ। ਕਮਲ ਦੇਖੋ 15 ਅਗਸਤ ਹੋਵੇ, 26 ਜਨਵਰੀ ਹੋਵੇ ਜਾਂ ਕੋਈ ਹੋਰ ਹਿਸਟੋਰੀਕਲ ਕੋਈ ਤਿਉਹਾਰ ਹੋਵੇ, ਕੋਈ ਦਿਨ ਹੋਵੇ, ਉਹਨਾਂ ਦੇ ਸਮਿਆਂ ਨੂੰ ਲੈ ਕੇ ਫਿਰ ਜਿਹੜੀਆਂ ਸਿਕਿਉਰਟੀ ਏਜੰਸੀਆਂ ਅਲਰਟ ਜਿਹੜੀਆਂ ਹੁੰਦੀਆਂ ਨੇ ਤੇ ਅਲਰਟ ਵੀ ਰੱਖਦੀਆਂ ਨੇ। ਇਸ ਕਰਕੇ ਹੁਣ ਜਿਹੜੇ ਇਹ ਕੱਲ੍ਹ ਹਥਿਆਰ ਆ ਜਿਹੜੇ ਉੱਥੋਂ ਬਰਾਮਦ ਹੋਏ ਨੇ ਜਾਂ ਟਿਫਨ ਬੰਬ ਦੀ ਗੱਲ ਤੁਸੀਂ ਕੀਤੀ ਆ, ਡਰੋਨ ਦੇ ਰਾਹੀਂ ਜਿਹੜੇ ਪੰਜਾਬ ਦੀ ਧਰਤੀ 'ਤੇ ਸੁੱਟੇ ਗਏ ਨੇ, ਦਿਨਕਰ ਗੁਪਤਾ ਨੇ ਡੀਜੀਪੀ ਨੇ ਇਹੀ ਖਾਸਾ ਪ੍ਰਗਟ ਕੀਤਾ ਕਿ ਸੀਮਾ ਪਾਰ ਤੋਂ ਮਤਲਬ ਪਾਕਿਸਤਾਨ ਤੋਂ ਆਏ ਨੇ। ਹਾਲਾਂਕਿ ਇਹ ਪਤਾ ਨਹੀਂ ਲੱਗਿਆ ਕਿ ਇਹ ਜਿਹੜਾ ਸਮਾਨ ਸੀਗਾ, ਜਿਹੜੀ ਵਿਸਫੋਟਕ ਸਮੱਗਰੀ ਆ, RDX ਟਿਫਨ ਬੰਬ, ਇਹ ਕਿਸ ਜਥੇਬੰਦੀ ਕੋਲ ਪਹੁੰਚਣੇ ਦੇ ਜਾਂ ਕਿਸ ਨੇ ਭੇਜੇ ਦੇ, ਇਹ ਮੇਡ ਇਨ ਚਾਈਨਾ ਦੇ ਜਿਹੜੇ ਬਣੇ ਹੋਏ ਆ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਉਹ ਉਜਾਗਰ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਚੋਣ ਪ੍ਰਚਾਰਾਂ ਦੀ ਆਪਣੇ ਆਪਣੇ ਤਰੀਕੇ ਦੇ ਨਾਲ ਵੱਡੇ ਵੱਡੇ ਲੁਭਾਵਣਿਆਂ ਦੇ ਨਾਲ ਵਾਅਦਿਆਂ ਦੇ ਨਾਲ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਹੈ, ਪਰ ਹੁਣ ਪੰਜਾਬ ਸਰਕਾਰ ਨੇ ਜਿਹੜੇ ਪੈਨਸ਼ਨਰਸ ਨੇ
26 ਲੱਖ ਦੇ ਆਸ-ਪਾਸ ਜਿਹੜੇ ਪੈਨਸ਼ਨਰਸ ਨੇ ਉਹਨਾਂ ਨੂੰ ਪਹਿਲਾਂ ਜਿਹੜੀ ਪੈਨਸ਼ਨ ਆ ਉਹ ਖਾਤੇ ਦੇ ਵਿੱਚ ਦਿੱਤੀ ਜਾਂਦੀ ਸੀ, ਯਾਨੀ ਕਿ ਪੈਨਸ਼ਨ ਦੀ ਜਿਹੜੀ ਰਕਮ ਹੈ ਪਹਿਲਾਂ 1500 ਕੀਤੀ ਔਰ ਉਹ ਖਾਤੇ ਦੇ ਵਿੱਚ ਜਿਹੜੀ ਹੈ ਮੁਹੱਈਆ ਕਰਵਾਈ ਜਾਂਦੀ ਸੀ ਔਰ ਹੁਣ ਖਾਤੇ ਦੀ ਬਜਾਏ ਹੁਣ ਜਿਹੜੇ ਚੈੱਕ ਨੇ ਪੈਨਸ਼ਨਰਸ ਨੂੰ ਉਹ ਦਿੱਤੇ ਜਾਣਗੇ। ਆਖਿਰਕਾਰ ਪੰਜਾਬ ਸਰਕਾਰ ਦਾ ਇਸ ਤਰੀਕੇ ਦੇ ਨਾਲ ਕਰਨ ਦਾ ਕੀ ਮਕਸਦ ਹੈ? ਖਾਸ ਤੌਰ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟ ਬੈਂਕ ਨੂੰ ਇਸ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਅਸੀਂ ਵੀ ਜਾਣਾਂਗੇ ਕਿ ਆਖਿਰਕਾਰ ਜਿਹੜੇ ਪੈਸੇ ਨੇ ਅਕਾਊਂਟ ਦੀ ਜਗ੍ਹਾ ਤੇ ਚੈੱਕ ਦਾ ਜਗ੍ਹਾ ਕਿਵੇਂ ਲੈ ਸਕਦੇ ਨੇ। ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ। ਸਰ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਕਮਲ ਜੀ। ਸਰ, ਪੰਜਾਬ ਸਰਕਾਰ ਖਾਸ ਤੌਰ ਤੇ ਜਿਹੜੇ ਬੁਢਾਪਾ ਤੇ ਵਿਧਵਾ ਜਿਹੜੀਆਂ ਪੈਨਸ਼ਨਸ ਨੇ ਉਹਨਾਂ ਨੂੰ ਲੈ ਕੇ ਇੱਕ ਨੀਤੀ ਬਣਾਈ ਹੈ ਨਵੀਂ ਕਿ ਜਿਹੜੇ ਪਹਿਲਾਂ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਸੀ ਉਹ ਹੁਣ ਬਾਏ ਚੈੱਕ ਜਿਹੜੇ ਆ 1 ਬਾਏ 1 ਬੁਲਾ ਕੇ ਉਹਨਾਂ ਨੂੰ ਚੈੱਕ ਜਿਹੜੇ ਨੇ ਦਿੱਤੇ ਜਾਣਗੇ। ਕਮਲ, ਹਲੇ ਕੋਈ ਨੀਤੀ ਨਹੀਂ ਬਣੀ ਹੈਗੀ। ਦਰਅਸਲ ਗੱਲ ਇਹ ਆ ਕਿ 2022 ਦੀਆਂ ਚੋਣਾਂ ਅੱਗੇ ਆ ਰਹੀਆਂ ਨੇ। ਪੰਜਾਬ ਦੇ 26,27,000 ਦੇ ਕਰੀਬ ਪੈਨਸ਼ਨਰ ਨੇ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਸਕੀਮ ਦੇ ਤਹਿਤ ਸਰਕਾਰ ਵੱਲੋਂ ਪੈਨਸ਼ਨ ਆ ਜਿਹੜੀ ਉਹ ਦਿੱਤੀ ਜਾਂਦੀ ਆ। ਇਹਦੇ ਵਿੱਚ 올ਡ ਏਜ ਨੇ ਜਿਹੜੇ ਜਿਹਨੂੰ ਆਪਾਂ ਬਜ਼ੁਰਗ ਕਹਿੰਦੇ ਨੇ, ਵਿਡੋਜ਼ ਨੇ, ਵਿਧਵਾਵਾਂ ਤੇ ਅੰਗਹੀਣ ਲੋਕ ਨੇ ਤੇ ਡਿਪੈਂਡੈਂਟ ਜਿਹੜੇ ਪਰਸਨ ਨੇ, ਖਾਸ ਕਰਕੇ ਨਿਰਭਰ ਬੱਚੇ ਜਿਹੜੇ ਦੂਜਿਆਂ ਤੇ ਨਿਰਭਰ ਨੇ। ਇਹ 4 ਕੈਟਾਗਰੀ ਦੇ ਲੋਕ ਨੇ ਜਿਨ੍ਹਾਂ ਦੀ ਗਿਣਤੀ 26,27,000 ਦੇ ਕਰੀਬ ਬਣਦੀ ਆ। ਇਹਨਾਂ ਨੂੰ ਪੰਜਾਬ ਸਰਕਾਰ ਨੇ 1 ਜੁਲਾਈ ਤੋਂ 1500 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ, ਜਿਹੜੀ ਕਿ ਪਹਿਲਾਂ 750 ਰੁਪਇਆ ਮਿਲਦੀ ਹੁੰਦੀ ਸੀ। ਕੋਈ ਸਮਾਂ 2 ਦਹਾਕੇ ਪਹਿਲਾਂ ਇਹ ਵੀ ਤਾਂ ਉਹਨਾਂ ਨੂੰ ਸਿਰਫ 250 ਰੁਪਇਆ ਮਿਲਦੀ ਸੀਗੀ। ਤੇ ਵੋਟਾਂ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਦੁੱਗਣੀ ਕਰਦਿਆਂ 500 ਰੁਪਏ ਦਾ ਜਾਣੀ ਕਿ ਕਰਤੀ ਸੀ। ਤੇ ਉਹਦੇ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੇ ਦੌਰਾਨ ਵਾਅਦਾ ਕੀਤਾ ਸੀਗਾ ਕਿ ਅਸੀਂ ਤੁਹਾਡੀ ਪੈਨਸ਼ਨ ਆ ਜਿਹੜੀ 2500 ਰੁਪਏ ਕਰਾਂਗੇ, ਪਰ ਇਹ ਪੈਨਸ਼ਨ ਵਾਲੇ 2500 ਤਾਂ ਨਹੀਂ ਹੋਈ। 1 ਜੁਲਾਈ ਤੋਂ 1500 ਰੁਪਏ ਆ ਜਿਹੜੀ ਉਹ ਕਰਤੀ। ਹੁਣ ਇਹ ਵਧੀ ਹੋਈ 1500 ਜਿਹੜੀ ਪੈਨਸ਼ਨ ਆ 750 ਰੁਪਏ ਵਧੀ ਹੋਈ, ਇਹ ਪੈਨਸ਼ਨਾਂ ਧਾਰਕ ਆ ਜਿਹੜੇ ਉਹਨਾਂ ਨੂੰ ਮਿਲਣੀ ਸੀ ਅਗਸਤ ਦੇ ਮਹੀਨੇ 'ਚ। ਅੱਜ ਤਰੀਕ ਹੋ ਗਈ 10। ਉਹ ਪੈਨਸ਼ਨਰ ਜਿਹੜੇ ਸਾਡੇ ਬਜ਼ੁਰਗ ਨੇ, ਵਿਧਵਾਵਾਂ ਨੇ ਜਾਂ ਨਿਰਭਰ ਬੱਚੇ ਨੇ, ਉਹ ਸਰਕਾਰ ਕਿੰਨੀ ਦੇਖ ਰਹੇ ਨੇ ਕਿ ਕਦੋਂ ਉਹਨਾਂ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਵਿੱਚ ਆਵੇ ਜਾਂ ਕਦੋਂ ਉਹਨਾਂ ਨੂੰ ਕਿਵੇਂ ਮਿਲੇ। ਸਵਾਲ ਇਹ ਆ, ਹੁਣ ਅਸਲ ਗੱਲ ਇਹ ਆ ਕਿ 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਕਾਂਗਰਸ ਦੇ ਆਗੂਆਂ ਨੇ, ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ, MLA ਨੇ, ਹਲਕਾ ਇੰਚਾਰਜਾਂ ਨੇ ਸਰਕਾਰ ਨੂੰ ਰਾਏ ਦਿੱਤੀ ਕਿ ਜਿਹੜੀ ਉਹ ਵਧੀ ਹੋਈ ਪੈਨਸ਼ਨ ਆ ਆਪਾਂ 1500 ਰੁਪਇਆ ਦੇਣੀ ਆ, ਉਹ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਬਜਾਏ ਆਪਾਂ ਚੈੱਕ ਬਣਾਏ ਜਾਣ। ਚੈੱਕ ਬਣਾ ਕੇ ਉਹ ਅੱਗੇ ਉਹਨਾਂ ਨੂੰ ਜਿਹੜਾ ਜਿਹਦੇ ਨਾਮ ਦਾ ਚੈੱਕ ਆ, ਪੈਨਸ਼ਨ ਆ ਜਿਹਦੀ, ਉਹਨੂੰ ਦਿੱਤੀ ਜਾਵੇ ਤੇ ਨਾਲ ਦੀ ਨਾਲ ਉਹਨੂੰ ਵਾਅਦਾ ਯਾਦ ਕਰਾਇਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੁਹਾਡੀ ਪੈਨਸ਼ਨ 750 ਤੇ 1500 ਰੁਪਇਆ ਕਰਤੀ। ਹੁਣ ਤੂੰ ਅਗਲੀਆਂ ਚੋਣਾਂ ਦੇ ਵਿੱਚ ਸਾਡਾ ਧਿਆਨ ਰੱਖੀ, ਵੋਟ ਸਾਡੀ ਪਾਰਟੀ ਨੂੰ ਪਾਈ। ਔਰ ਜੇ ਚੈੱਕ ਫੜਨ ਵਾਲੇ ਦੇ ਵਿੱਚ ਦਮ ਹੋਏ, ਜੇ ਅੱਗੋਂ ਪਲਟ ਕੇ ਕਹਿ ਦੇ ਕਿ ਵਾਅਦਾ ਤਾਂ ਤੁਸੀਂ 2500 ਦਾ ਕੀਤਾ ਸੀ, ਦੇ ਤੁਸੀਂ 1500 ਰਹੇ ਹੋ, ਫਿਰ ਤੁਸੀਂ ਵੋਟ ਪਾਲਦੇ ਹੋ। ਬਿਲਕੁਲ। ਫਿਰ ਉਹ ਇਹ ਵੀ ਕਹਿ ਸਕਦੇ ਆ ਕਿ ਤੁਸੀਂ 1500 ਰੁਪਇਆ ਦਿੱਤਾ, ਤੁਸੀਂ ਤਾਂ 2500 ਕਿਹਾ ਸੀਗਾ, ਤੁਸੀਂ ਤਾਂ ਘਰ ਘਰ ਰੁਜ਼ਗਾਰ ਦੀ ਗੱਲ ਕਹੀ ਤੀ, ਤੁਸੀਂ ਤਾਂ ਮਹਿੰਗਾਈ ਘਟਾਉਣ ਦੀ ਗੱਲ ਕਹੀ ਤੀ, ਤੁਸੀਂ ਤਾਂ 4 ਹਫ਼ਤਿਆਂ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਹੀ ਤੀ, ਤੁਸੀਂ ਤਾਂ ਮਾਫੀਆ ਰਾਜ ਖਤਮ ਕਰਨ ਦੀ ਗੱਲ ਕਹੀ ਤੀ, ਤੁਸੀਂ ਤਾਂ ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਗੱਲ ਕਹੀ ਤੀ। ਢੇਰ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ, ਢੇਰ ਸਾਰੇ ਨੇ ਵਾਅਦੇ ਨੇ, ਉਹ ਵੀ ਗੱਲ ਕਹਿ ਸਕਦੇ ਨੇ। ਫਿਲਹਾਲ ਜਿਹੜੀ ਇਹ ਫਾਈਲ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਪਈ ਆ, ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲੈਣਾ ਹੈ ਕਿ ਇਹ ਡਾਇਰੈਕਟ ਪਹਿਲਾਂ ਦੀ ਤਰ੍ਹਾਂ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਜਾਂ ਫਿਰ ਉਹਨਾਂ ਨੂੰ ਇਹ ਚੈੱਕਾਂ ਰਾਹੀਂ ਦਿੱਤੀ ਜਾਵੇ। ਕਮਲ, ਸਵਾਲ ਇਹ ਪੈਦਾ ਹੁੰਦਾ ਹੈ ਕਿ ਬਹੁਤ ਦੇਰ ਪਹਿਲਾਂ ਵੀ ਮਤਲਬ ਇਹਨਾਂ ਦੇ ਨਾਲ ਹਮੇਸ਼ਾ ਇਦਾਂ ਹੀ ਹੁੰਦਾ ਰਿਹਾ। ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਇਹ ਪੰਚਾਇਤਾਂ ਦੇ ਰਾਹੀਂ ਇਹ ਜਿਹੜੇ ਚੈੱਕ ਆ ਉਹ ਦਿੱਤੇ ਜਾਂਦੇ ਸੀਗੇ, ਪੰਚਾਇਤਾਂ ਰਾਹੀਂ ਉਹ ਪੈਨਸ਼ਨਾਂ ਲੱਗਦੀਆਂ ਸੀਗੀਆਂ। ਉਦੋਂ ਵੱਡੇ ਪੱਧਰ ਪਰ ਘਪਲੇ ਦੀਆਂ ਜਿਹੜੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸੀਗੀਆਂ, ਜਿਹੜੇ ਮਰ ਮੁੱਕ ਗਏ ਤੇ ਲੋਕ ਗਏ, ਜਿਹੜੇ ਜ਼ਿੰਦਗੀ ਤੋਂ ਰੁਖਸਤ ਹੋ ਗਏ, ਉਹ ਵੀ ਆਪਣੇ ਪੈਨਸ਼ਨ ਦਿੰਦੇ ਰਹੇ ਆ। ਇੱਦਾਂ ਇਸ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਨਾਕਾਮੀਆਂ ਉਹ ਸਾਹਮਣੇ ਆਈਆਂ ਸੀਗੀਆਂ ਕਿ ਪੈਨਸ਼ਨਾਂ ਜਿਹੜੀਆਂ ਉਹ ਗਲਤ ਬੰਦਿਆਂ ਨੂੰ ਲੱਗੀਆਂ ਗਈਆਂ। ਉਹ ਹੁਣ ਵੀ ਜਿਹੜੀ ਪੈਨਸ਼ਨ ਆ ਸਰਕਾਰ ਇੱਕ ਜਾਂਚ ਵੀ ਕਰ ਰਹੀ ਹੈ ਕਿ ਜਿਹੜੇ 올ਡ ਏਜ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਪੈਨਸ਼ਨ ਹੈ ਪਿਛਲੀ ਸਰਕਾਰ ਦੇ ਦੌਰਾਨ ਗਲਤ ਲੱਗੀਆਂ ਹੋਈਆਂ, ਉਹ ਇੱਕ ਜਾਂਚ ਦਾ ਵਿਸ਼ਾ। ਸਰਕਾਰ ਨੇ ਰਿਕਵਰੀ ਕਰਨੀ ਆ, ਉਹ ਵੀ ਇੱਕ ਹਾਲ ਦੀ ਘੜੀ ਚਿੱਠੀ ਇੱਕ ਅਲੱਗ ਚੱਲ ਰਹੀ ਆ। ਕਿੰਨੀ ਕੁ ਰਿਕਵਰੀ ਹੋਈ ਆ, ਕਿੰਨੀ ਨਹੀਂ ਹੋਈ, ਇਹ ਇੱਕ ਜਾਂਚ ਦਾ ਵਿਸ਼ਾ, ਇਹ ਇੱਕ ਅਲੱਗ ਖਬਰ ਆ। ਪਰ ਵੋਟਾਂ ਨੇੜੇ ਹੋਣ ਕਰਕੇ ਸਰਕਾਰ ਕਿਸੇ ਮਾਮਲੇ ਦੇ ਵਿੱਚ ਕਿਸੇ ਵੋਟਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਉਹ ਆਪਣੀ ਭੱਲ ਬਣਾਈ ਰੱਖਣਾ ਚਾਹੁੰਦੀ ਆ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ
ਜਾਂ ਕੌਂਸ ਪਾਰਟੀ ਨੇ ਇਹ ਫੈਸਲਾ ਕਰਨਾ ਹੈ ਕਿ ਉਹਨਾਂ ਨੂੰ ਸਿੱਧੀ ਖਾਤਿਆਂ ਦੇ ਵਿੱਚ ਦੇਣੀ ਆ ਜਾਂ ਚੈੱਕ ਰਾਹੀਂ ਦੇਣੀ ਆ। ਪਰ ਅਧਿਕਾਰੀ ਇਹ ਮੰਨਦੇ ਨੇ ਕਿ ਇਹ ਬਹੁਤ ਵੱਡਾ ਇੱਕ ਟੀਮ ਵਰਕ ਆ, ਵੱਡਾ ਕੰਮ ਆ ਕਿ ਤੁਸੀਂ 26,27,000 ਚੈੱਕ ਕੱਟਣੇ ਆ, ਜਦੋਂ ਕਿ ਅੱਜ ਹਾਲਾਤ ਇਹ ਬਣੇ ਹੋਏ ਆ ਕਿ ਤੁਸੀਂ ਸਿੱਧੇ ਖਾਤੇ ਦੇ ਵਿੱਚ ਪਾਉਂਦੇ ਆ, ਬੈਂਕਾਂ ਨੂੰ ਦਿੰਦੇ ਆ, ਇੱਕ ਕੰਪਿਊਟਰ ਦੀ ਕਲਿੱਕ ਕਰਦੇ ਆ, ਕੱਲੇ ਦੇ ਖਾਤੇ ਵਿੱਚ ਪੈਨਸ਼ਨ ਆ ਜਿਹੜੀ ਠਾ ਦੇ ਕੇ ਸਾਈਨ ਕਰਨ ਦੀ ਸਿਰਦਰਦੀ ਵੀ ਕੌਣ ਲੈ, ਕੱਲੇ ਖਾਤੇ ਦੇ ਵਿੱਚ ਠਾ ਦੇ ਕੇ ਪੈਨਸ਼ਨ ਉਹਦੇ ਚਲੇ ਜਾਂਦੀ ਆ। ਅੱਗੇ ਜਿਹੜੇ ਪੈਨਸ਼ਨ ਧਾਰਕ ਆਪਣੇ ATM ਰਾਹੀਂ ਜਾਂ ਬੈਂਕ ਦੇ ਵਿੱਚ ਜਾ ਕੇ ਪੇਮੈਂਟ ਆ ਜਿਹੜੀ ਲੈ ਲੈਂਦੇ ਆ। ਜੇ ਚੈੱਕਾਂ ਰਾਹੀਂ ਲਵਾਂਗੇ ਉਹ ਚੈੱਕ ਪਹਿਲਾਂ ਲੈਣਗੇ, ਚੈੱਕ ਰਿਸੀਵ ਕਰਕੇ ਸੰਬੰਧਿਤ ਬੈਂਕ ਦੇ ਵਿੱਚ ਲਾਉਣਗੇ ਤੇ 2 ਜਾਂ 3 ਦਿਨ ਦੀ ਪ੍ਰਕਿਰਿਆ ਜਿਹੜੀ ਫਿਰ ਹੋਰ ਵੀ ਲੱਗ ਜਾਣੀ ਆ। ਜਿਹੜੀ ਕਿ ਇੱਕ ਚੱਕਰ ਆ ਜਿਹੜਾ ਬੈਂਕ ਦੇ ਵਿੱਚ ਉਹਨੂੰ ਹੋਰ ਫਾਲਤੂ ਆ ਜਿਹੜਾ ਉਹ ਲਾਉਣਾ ਪਵੇਗਾ। ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਪੇਚ ਆ ਇਹ ਫਸਿਆ ਪਿਆ। ਪਹਿਲਾਂ ਵੀ ਇਹ ਖਾਤਿਆਂ ਰਾਹੀਂ ਦਿੱਤੀ ਜਾਂਦੀ ਸੀਗੀ, ਹੁਣ ਵੀ ਜਾਣੀ ਕਿ ਇੱਕ ਧਿਰ ਇਹ ਕਹਿ ਰਹੀ ਹੈ ਕਿ ਇਹਨਾਂ ਨੂੰ ਜਿਵੇਂ ਪਹਿਲਾਂ ਰੂਟੀਨ ਦੇ ਵਿੱਚ ਮਿਲਦੀ ਸੀ ਉਵੇਂ ਦਿੱਤੀ ਜਾਵੇ। ਫਿਲਹਾਲ ਜਿਹੜਾ ਫੈਸਲਾ ਇਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਲੈਣਾ। ਇਹ ਗੱਲ ਠੀਕ ਆ, ਜਿਵੇਂ ਤੁਸੀਂ ਕਿਹਾ ਕਿ ਜੇ ਚੈੱਕ ਰਾਹੀਂ ਦਿੱਤੀ ਤਾਂ ਅੱਗੇ ਦੇ ਕਈ ਲੋਕ ਆ ਜਿਹੜੇ ਸਵਾਲ ਵੀ ਖੜੇ ਕਰਨਗੇ। ਪਹਿਲਾਂ ਤਾਂ ਇਹੀ ਪੁੱਛਣਗੇ ਕਿ ਅੱਜ ਤਰੀਕ 10 ਹੋ ਗਈ, ਹਲੇ ਤੱਕ ਤੁਸੀਂ ਫੈਸਲਾ ਲਿਆ ਨਹੀਂ, ਹੋ ਸਕਦਾ ਕਿੰਨੀ ਦਿਨਾਂ ਬਾਅਦ ਫੈਸਲਾ ਲਿੱਤਾ ਜਾਵੇਗਾ, ਉਹ ਸਰਕਾਰ ਨੇ ਕੀ ਕਰਨਾ, ਇਹ ਸਾਰਾ ਕੁਝ ਦੇਖਣ ਵਾਲੀ ਗੱਲ ਹੋਵੇਗੀ। ਪਰ ਕਿਤੇ ਨਾ ਕਿਤੇ ਸਿਆਸੀ ਜਿਹੜੇ ਲੋਕ ਹੁੰਦੇ ਨੇ, ਇਹਨਾਂ ਦੀ ਜਿਹੜੀ ਮਨਸ਼ਾ ਹੈ, ਇਹਨਾਂ ਦੀ ਜਿਹੜੀ ਇੱਛਾ ਹੈ, ਇਹ ਹਮੇਸ਼ਾ ਕੁਰਸੀ 'ਤੇ ਰਹਿੰਦੀ ਹੈ ਕਿ ਉਹਨਾਂ ਦੀ ਕੁਰਸੀ ਕਿਵੇਂ ਸੁਰੱਖਿਅਤ ਰਹਿ ਸਕੇ ਜਾਂ ਕਿਵੇਂ ਸੱਤਾ ਜਿਹੜੀ ਉਹਨਾਂ ਨੂੰ ਮਿਲ ਸਕੇ। ਉਹਨਾਂ ਨੇ ਲੋਕਾਂ ਨੂੰ ਕਿਆ ਮੁਸ਼ਕਲਾਂ ਨੇ, ਲੋਕਾਂ ਦੀਆਂ ਕਿਆ ਪ੍ਰੋਬਲਮਸ ਨੇ, ਲੋਕ ਕਿਆ ਚਾਹੁੰਦੇ ਨੇ, ਉਹਨਾਂ ਨੇ ਕੁਛ ਨਹੀਂ ਲੈਣਾ। ਉਹ ਜੋ ਵੀ ਫੈਸਲੇ ਲੈਂਦੇ ਨੇ, ਜੋ ਵੀ ਗੱਲਬਾਤ ਕਰਦੇ ਨੇ, ਉਹ ਆਪਣੀ ਕੁਰਸੀ ਨੂੰ, ਆਪਣੀ ਵੋਟ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਂਦੇ ਨੇ। ਹੁਣ ਸਿਰਫ 26,27,000 ਜਿਹੜੇ ਲੋਕ ਆ, ਇਹ ਕੋਈ ਛੋਟੀ ਮੋਟੀ ਅਮਾਊਂਟ ਨਹੀਂ। ਇਹਨਾਂ ਦੇ ਨਾਲ 1 ਜਾਂ 2 ਲੋਕ ਆ ਜਿਹੜੇ ਘੱਟੋ ਘੱਟ ਜੁੜਨਗੇ। 50-52 ਲੱਖ ਦੀ ਫਿਗਰ ਜਿਹੜੀ ਇਹ ਬਣਦੀ ਆ। ਇਸ ਕਰਕੇ ਸਰਕਾਰ ਨੂੰ ਲੱਗਦਾ ਕਿ ਇਹ ਬਹੁਤ ਵੱਡੀ ਵੋਟ ਬੈਂਕ ਆ ਕਿ ਜੇ ਇਹਨਾਂ ਨਾਲ ਸਿੱਧਾ ਰਾਬਤਾ ਕੀਤਾ ਜਾਵੇ, ਹੋ ਸਕਦਾ ਕਿ ਉਹਨਾਂ ਦੀ ਗੱਲ ਬਣ ਜਾਵੇ। ਇਹ ਗੱਲ ਤਾਂ ਸਿੱਧੇ ਖਾਤਿਆਂ ਦੇ ਵਿੱਚ ਜੇ ਉਹ ਪੇਮੈਂਟ ਵੀ ਪਾ ਦੇਣਗੇ, ਜੇ ਵੈਸੇ ਜਾ ਕੇ ਲੋਕ ਮਿਲਣ ਉਹਨਾਂ ਦੇ ਵਿਧਾਇਕ ਜਾਂ ਉਹਨਾਂ ਦੇ ਹਲਕਾ ਇੰਚਾਰਜ ਜਾਂ ਕਾਂਗਰਸ ਦੇ ਆਗੂ ਉਹਨਾਂ ਨੂੰ ਹੋਰ ਪੁੱਛ ਲੈਣ ਵੀ ਭਾਈ ਤੁਹਾਡੀ ਕਿਆ ਸਮੱਸਿਆ ਹੈ, ਕਿਸੇ ਦਾ ਘਰ ਢਿਆ ਹੋਇਆ ਹੈ, ਕਿਸੇ ਦੇ ਘਰ ਆਟਾ ਨਹੀਂ, ਕਿਸੇ ਦੇ ਘਰ ਦਾਲ ਨਹੀਂ, ਕਿਸੇ ਦੇ ਘਰ ਕੱਪੜੇ ਨਹੀਂ, ਕਿਸੇ ਦੇ ਬੱਚਿਆਂ ਦੇ ਫੀਸਾਂ ਦੇਣ ਜੋਗੇ ਪੈਸੇ ਨਹੀਂ। ਜੇ ਇਹੋ ਜਿਹੀਆਂ ਚੀਜ਼ਾਂ ਪੁੱਛਣਗੇ, ਮੈਨੂੰ ਲੱਗਦਾ ਫਿਰ ਤੁਹਾਡੀ ਗੱਲ ਬਣਨੀ ਆ। ਇੱਦਾਂ ਨਹੀਂ ਗੱਲ ਬਣਨੀ ਕਿ ਤੁਸੀਂ ਇਹਨਾਂ ਨੂੰ 750 ਦੀ ਜਗ੍ਹਾ 1500 ਰੁਪਇਆ ਪੈਨਸ਼ਨ ਦੇ ਕੇ, ਹੁਣ 1500 ਰੁਪਇਆ ਪੈਨਸ਼ਨ ਦੇ ਕੇ ਤੁਸੀਂ ਚੈੱਕ ਦੇ ਕੇ ਇਹ ਚਾਹੁੰਦੇ ਆ ਕਿ ਸਾਨੂੰ ਵੋਟ ਆ ਜਿਹੜੀ ਉਹ ਮਿਲ ਜਾਵੇਗੀ। ਲੋਕ ਸਭ ਸਮਝਦੇ ਨੇ ਕਿ ਤੁਸੀਂ ਨਫਾ ਨੁਕਸਾਨ ਕੀ ਕੀਤਾ, ਤੁਸੀਂ ਮਾੜੇ ਕੰਮ ਕੀ ਕੀਤੇ ਤੇ ਚੰਗੇ ਕੰਮ ਕੀ ਕੀਤੇ। ਜਿਹੜੇ ਚੰਗੇ ਕੰਮ ਕੀਤੇ ਆ ਤੁਸੀਂ ਉਹਨਾਂ 'ਚੋਂ ਤੁਹਾਡੀ ਵਧੀਆ ਖੁਸ਼ਬੂ ਆ ਰਹੀ ਆ ਕਿ ਇਹ ਕੰਮ ਲੋਕ ਹਿੱਤ ਦੇ ਕੀਤੇ ਨੇ। ਜਿਹੜੇ ਕੰਮ ਤੁਸੀਂ ਮਾੜੇ ਕੀਤੇ ਨੇ, ਤੁਸੀਂ ਕਰਪਸ਼ਨ ਕੀਤੀ ਆ, ਤੁਸੀਂ ਭ੍ਰਿਸ਼ਟਾਚਾਰ, ਉਹਦੀ ਵੀ ਬੋ ਆ ਜਿਹੜੀ ਲੋਕਾਂ ਨੂੰ ਨਾਲ ਦੀ ਨਾਲ ਆ ਰਹੀ ਆ। ਲੋਕ ਆ ਇਹ ਸਭ ਸਮਝਦੇ ਨੇ ਕਿ ਇੱਥੇ ਕੀ ਹੋ ਰਿਹਾ ਹੈ। ਸਿਰਫ ਇੰਨਾ ਕੁ ਹੈ ਕਿ ਹੁਣ ਵੋਟਾਂ ਜਾਂ ਸਰਕਾਰ ਆ, ਸਰਕਾਰ ਹੋਣ ਦੇ ਨਾਤੇ ਕਈ ਵਾਰੀ ਲੋਕ ਸਟੇਟ ਦੇ ਨਾਲ ਪੰਗਾ ਲੈਣ ਤੋਂ ਸਿੱਧਾ ਡਰਦੇ ਨੇ। ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ। ਤੁਹਾਨੂੰ ਪਤਾ ਜਿਹੜੇ ਹੱਕਾਂ ਵਾਸਤੇ ਲੋਕ ਬੋਲਦੇ ਨੇ ਜਾਂ ਸਰਕਾਰ ਦੇ ਖਿਲਾਫ ਬੋਲਦੇ ਨੇ, ਫਿਰ ਸਟੇਟ ਆ ਜਿਹੜਾ ਉਹਨੂੰ ਡੰਡਿਆਂ ਦੇ ਨਾਲ, ਪਾਣੀ ਦੀਆਂ ਵਿਛਾੜਾਂ ਦੇ ਨਾਲ ਜਾਂ ਝੂਠੇ ਕੇਸ ਫਸਾ ਕੇ ਅੰਦਰ ਵੀ ਸੁੱਟਦਾ। ਇਸ ਕਰਕੇ ਲੋਕ ਆ ਜਿਹੜੇ ਬਹੁਗਿਣਤੀ ਬੋਲਣ ਤੋਂ ਸਟੇਟ ਦੇ ਖਿਲਾਫ ਡਰਦੇ ਨੇ। ਪਰ ਜਦੋਂ ਬੋਲਦੇ ਨੇ, ਆਪਣਾ ਗੁੱਸਾ ਕੱਢਦੇ ਨੇ, ਫਿਰ ਉਹ ਪਰਚੀ ਰਾਹੀਂ ਜਾਂ ਵੋਟਰ ਦਾ ਜਿਹੜਾ ਮਸ਼ੀਨ ਦਾ ਬਟਨ ਦਬਾ ਕੇ ਕੱਢਦੇ ਨੇ, ਫਿਰ ਸੱਤਾ ਤੋਂ ਇਹ ਲਾਉਂਦੇ ਨੇ। ਉਦੋਂ ਜਾ ਕੇ ਇਹਨਾਂ ਦੀਆਂ ਅੱਖਾਂ ਖੁੱਲ੍ਹਦੀਆਂ ਜਦੋਂ ਸੱਤਾ ਤੋਂ ਲਾਂਭੇ ਹੁੰਦੇ ਨੇ। ਵਿਰੋਧੀ ਧਿਰ ਦੀ ਉਹਦੇ ਵਿੱਚ ਜਾਂਦੇ ਨੇ, ਖਾਨੇ ਦੇ ਵਿੱਚ ਸੈੱਟ ਹੁੰਦੇ ਨੇ, ਫਿਰ ਇਹਨਾਂ ਨੂੰ ਪਤਾ ਲੱਗਦਾ ਕਿ ਸਾਰੀਆਂ ਮੁਸ਼ਕਲਾਂ ਫਿਰ ਇਹਨਾਂ ਨੂੰ ਉਸੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਮਾੜੀਆਂ ਲੱਗਣ ਲੱਗਦੀਆਂ। ਫਿਰ ਇਹ ਸਮਝਦੇ ਨੇ ਜਦੋਂ ਆਪੋਜੀਸ਼ਨ 'ਚ ਹੁੰਦੇ ਨੇ ਕਿ ਸਾਰੇ ਸਮਾਜ ਦਾ, ਸਾਰੇ ਲੋਕਾਂ ਦਾ ਜਿਹੜਾ ਦੁੱਖ ਤੇ ਦਰਦ ਆ ਉਹਨਾਂ ਨੂੰ ਇਹ ਪਤਾ, ਉਹੀ ਇਹਨਾਂ ਨੂੰ ਸਮੱਸਿਆ ਦਾ ਹੱਲ ਕਰਦੇ ਨੇ। ਜਦੋਂ ਇਹ ਟ੍ਰੇਜਰੀ ਬੈਂਚ 'ਚ ਬੈਠਦੇ ਨੇ, ਸੱਤਾ ਦੀਆਂ ਕੁਰਸੀਆਂ 'ਤੇ ਬੈਠਦੇ ਨੇ, ਉਦੋਂ ਇਹਨਾਂ ਦੀ ਜਿਹੜੀ ਮੱਤ ਤੇ ਬੁੱਧੀ ਆ ਜਿਹੜੀ ਉਹੀ ਫਿਰ ਉਸ ਤਰ੍ਹਾਂ ਅਧਿਕਾਰੀਆਂ ਵਾਲੀ ਦੇ ਨਾਲ ਮਿਲ ਕੇ ਕੰਮ ਕਰਨ ਲੱਗ ਜਾਂਦੇ ਆ। ਉਦੋਂ ਇਹ ਲੋਕਾਂ ਨੂੰ ਭੁੱਲ ਜਾਂਦੇ ਨੇ। ਸਰ, ਆਪਾਂ ਪੈਨਸ਼ਨਾਂ ਦੀ ਗੱਲ ਕਰ ਰਹੇ ਹਾਂ, ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰ ਰਹੇ ਹਾਂ, ਤੇ ਮੈਨੂੰ ਯਾਦ ਆਇਆ ਹੈ ਕਿ ਬੇਰੁਜ਼ਗਾਰਾਂ ਲਈ ਜਿੱਦਾਂ ਘਰ ਘਰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ, ਤੇ ਬੇਰੁਜ਼ਗਾਰੀ ਭੱਤਾ ਵੀ ਜਿਹੜਾ ਸ਼ਾਇਦ ਐਲਾਨਣ ਦੀ ਗੱਲ ਕੀਤੀ ਗਈ ਸੀ ਵਧਾਉਣ ਦੀ। ਮੈਨੂੰ ਜਿੱਥੇ ਤੱਕ ਮੈਂ ਸਹੀ ਗਲਤ ਨਹੀਂ ਆ ਤੇ 150 ਰੁਪਇਆ ਸ਼ਾਇਦ ਬੇਰੁਜ਼ਗਾਰੀ ਭੱਤਾ ਮਿਲਦਾ ਹੈ ਨੌਜਵਾਨਾਂ ਨੂੰ। ਬਿਲਕੁਲ ਇੰਨਾ ਕਿ ਮੈਨੂੰ ਤਾਂ ਲੱਗਦਾ ਨਹੀਂ ਵੀ ਕਿੰਨਾ ਕੁ ਮਿਲਦਾ ਹੋਵੇ, ਕਿਸੇ ਨੂੰ ਦਿੱਤਾ ਹੀ ਨਹੀਂ। ਪਿਛਲੇ ਸਮੇਂ ਦੇ ਦੌਰਾਨ ਅਸੀਂ ਗੱਲ ਕੀਤੀ ਸੀਗੀ ਕਿ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਜੇਕਰ ਘਰ ਘਰ ਰੁਜ਼ਗਾਰ ਨਾ ਦੇ ਸਕੇ ਤਾਂ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ। ਪਰ ਇਸ ਸਰਕਾਰ ਨੇ ਕਿਸੇ ਨੂੰ ਵੀ ਬੇਰੁਜ਼ਗਾਰ ਨੂੰ ਕੋਈ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ, ਕਿਉਂਕਿ ਸਰਕਾਰ ਨੇ ਬੇਰੁਜ਼ਗਾਰੀ ਭੱਤਾ ਲਿਆਉਣ ਵਾਸਤੇ ਕੋਈ ਫੰਡ ਹੀ ਨਹੀਂ ਰੱਖਿਆ ਹੈਗਾ। ਤੁਸੀਂ ਉਦੋਂ ਬੇਰੁਜ਼ਗਾਰੀ ਭੱਤਾ ਦੇਵਾਂਗੇ ਜੇ ਤੁਸੀਂ ਬਜਟ ਦੇ ਵਿੱਚ ਕੋਈ ਫੰਡ ਰੱਖਿਆ ਹੋਵੇ। ਤੁਸੀਂ ਜਦੋਂ ਫੰਡ ਹੀ ਨਹੀਂ ਰੱਖਿਆ, ਤੁਸੀਂ ਬੇਰੁਜ਼ਗਾਰੀ ਭੱਤਾ ਕਿਵੇਂ ਦਵੋਗੇ?
ਇਸ ਕਰਕੇ ਜਦੋਂ ਅਸੀਂ ਪੈਨਸ਼ਨ ਜਦੋਂ ਕੋਈ ਪ੍ਰੈਸ ਕਾਨਫਰੰਸਾਂ ਵੀ ਹੋਣੀਆਂ ਜਾਂ ਮਿਨਿਸਟਰਾਂ ਨੂੰ ਜਾਂ ਅਧਿਕਾਰੀਆਂ ਨੂੰ ਪੁੱਛਣਾ, ਉਹਨਾਂ ਨੇ ਕਹਿਣਾ ਵੀ ਸਰਕਾਰ ਦੀ ਕੋਈ ਅਜਿਹੀ ਪਾਲਿਸੀ ਨਹੀਂ। ਇਸ ਕਰਕੇ ਸਰਕਾਰ ਵੱਲੋਂ ਕਿਸੇ ਵੀ ਵਿਅਕਤੀ ਨੂੰ, ਖਾਸ ਕਰਕੇ ਬੇਰੁਜ਼ਗਾਰ ਨੂੰ, ਕੋਈ ਬੇਰੁਜ਼ਗਾਰੀ ਹੈ ਜਿਹੜਾ ਭੱਤਾ ਨਹੀਂ ਉਹ ਦਿੱਤਾ ਗਿਆ। ਪੰਜਾਬ ਬਾਰ-ਬਾਰ ਇਹੀ ਗੱਲ ਕਹਿ ਰਿਹਾ ਇਹਨਾਂ ਦੇ ਮਿਨਿਸਟਰ ਜਾਂ ਸਰਕਾਰ ਕਿ ਖਜ਼ਾਨੇ ਦੀ ਹਾਲਤ ਆ ਜਿਹੜੀ ਬਹੁਤ ਪਤਲੀ ਆ। ਜੇ ਖਜ਼ਾਨੇ ਦੀ ਹਾਲਤ ਪਤਲੀ ਆ ਤਾਂ ਜਿਹੜੇ ਹੋਰ ਬੇਲੋੜੇ ਖਰਚੇ ਕੀਤੇ ਜਾ ਰਹੇ ਨੇ ਅਧਿਕਾਰੀਆਂ ਦੇ ਨਾਮ ਤੇ, ਮੰਤਰੀਆਂ ਦੇ ਨਾਮ ਤੇ, ਐਮਐਲਏਆਂ ਦੇ ਨਾਮ ਤੇ, ਉਹਨਾਂ ਨੂੰ ਬੇਲੋੜੇ ਜਿਹੜੇ ਸਹੂਲਤਾਂ ਦਿੱਤੀਆਂ ਜਾ ਰਹੀਆਂ, ਉਹਨਾਂ ਨੂੰ ਘਟਾਏ ਜਾ ਰਹੇ ਨੇ, ਟੈਕਸ ਭਰੇ ਜਾ ਰਹੇ ਨੇ। ਅੱਜ ਮੈਂ ਇੱਕ ਬਹੁਤ ਵੱਡੇ ਇੱਕ ਸਾਬਕਾ ਅਧਿਕਾਰੀ ਹੋਏ ਨੇ, ਉਹਨਾਂ ਨੇ ਵੀ ਇਹ ਲਿਖਿਆ ਹੈ ਕਿ ਜਿਹੜਾ ਪੰਜਾਬ ਦੇ ਜਿਹੜੇ ਵਿੱਤ ਮਿਨਿਸਟਰ ਨੇ ਉਹ ਬਾਰ-ਬਾਰ ਕਹੀ ਜਾਂਦੇ ਖਜ਼ਾਨਾ ਖਾਲੀ ਖਜ਼ਾਨਾ, ਤੇ ਵੀ ਉਹਦਾ ਨਾਮ ਆ ਜਿਹੜਾ ਵੀ ਉਹ ਵੀ ਇਹੀ ਰੱਖਦੇ ਹੋਏ ਖਾਲੀ ਖਜ਼ਾਨਾ ਮੰਤਰੀ ਵੀ ਜਿਹੜਾ ਰੱਖ ਦਿੱਤਾ ਜਾਵੇ। ਮੈਂ ਵੀ ਇਹ ਕਹਿਣ ਵਾਲੀ ਸੀ, ਜਦੋਂ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਇਹੀ ਇੱਕ ਮੰਤਰੀ ਦੇਖੇ ਨੇ ਮੈਂ ਜਿਨ੍ਹਾਂ ਦੀ ਸਟੇਟਮੈਂਟ ਹਮੇਸ਼ਾ ਸੇਮ ਰਹੀ ਹੈ। ਜਦੋਂ ਅਕਾਲੀ ਦਲ ਸਰਕਾਰ 'ਚ ਸੀ ਉਦੋਂ ਵੀ ਕਹਿੰਦੇ ਸੀ ਕਿ ਖਜ਼ਾਨਾ ਖਾਲੀ ਹੈ, ਤੇ ਹੁਣ ਜਦੋਂ ਕਾਂਗਰਸ ਦੀ ਸਰਕਾਰ 'ਚ ਆ ਗਿਆ ਉਦੋਂ ਵੀ ਕਹਿੰਦੇ ਆ ਕਿ ਖਜ਼ਾਨਾ ਖਾਲੀ ਹੈ। ਬਿਲਕੁਲ, ਦੇਖੋ ਇਹ ਤਾਂ ਗੱਲ ਠੀਕ ਹੈ ਕਿ ਖਜ਼ਾਨਾ ਇਹ ਤਾਂ ਹੈ ਨਹੀਂ ਕਿ ਇੱਕ ਪੀਪਾ ਹੈ ਜਾਂ ਇੱਕ ਡੱਬਾ ਹੈ ਵੀ ਇਹ 'ਚੋਂ ਸਾਰਾ ਕੁਝ ਕੱਢ ਲਿਆ ਖਾਲੀ ਹੈ, ਜਾਂ ਇਹ ਨਹੀਂ ਹੈਗਾ ਕਿ ਜੋ ਇਹਨੂੰ ਇੱਕ ਵਾਰੀ ਪਾਤਾ ਭਰਤਾ। ਦੇਖੋ ਇਹ ਟ੍ਰਾਂਜੈਕਸ਼ਨ ਆ, ਇੱਧਰੋਂ ਪੈਸਾ ਆਉਣਾ ਉੱਧਰੋਂ ਦੇਣਾ, ਟੈਕਸ ਕਿਸੇ ਪਾਸੋਂ ਕਲੈਕਟ ਕਰਨੇ, ਇਕੱਤਰ ਕਰਨੇ ਤੇ ਦੂਜੇ ਪਾਸੇ ਵੰਡੇ ਜਾਣ। ਪਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੋ ਤੁਸੀਂ ਮੰਗਦੇ ਆ, ਜੋ ਤੁਸੀਂ ਸਹੂਲਤਾਂ ਮੰਗਦੇ ਆ, ਉਹਦੀ ਜਿਹੜੀ ਭਰਪਾਈ ਆ ਉਹ ਤੁਹਾਨੂੰ ਇਹ ਕਰਨੀ ਪੈਣੀ ਆ। ਇਹ ਤੁਸੀਂ ਦੇਖਣਾ ਜਿੰਨੀਆਂ ਵੱਧ ਸਹੂਲਤਾਂ ਤੁਸੀਂ ਚਾਹੁੰਦੇ ਹੋ, ਵੱਧ ਸਰਕਾਰ ਤੋਂ ਮੁਫਤ 'ਚ ਚੀਜ਼ਾਂ ਚਾਹੁੰਦੇ ਹੋ, ਜੇ ਤੁਸੀਂ ਬਿਜਲੀ ਚਾਹੁੰਦੇ ਹੋ ਜਾਂ ਕੁਝ ਹੋਰ ਮੰਗ ਕਰਦੇ ਆ ਕਿ ਸਾਨੂੰ ਮੁਫਤ ਬਿਜਲੀ ਮਿਲੇ, ਮੁਫਤ ਪਾਣੀ ਮਿਲੇ, ਮੁਫਤ ਦਵਾਈਆਂ ਮਿਲਣ, ਮੁਫਤ ਸਫ਼ਰ ਹੋਵੇ, ਤਾਂ ਇਹਦੀ ਭਰਪਾਈ ਆ ਜਿਹੜੀ ਤੁਸੀਂ ਉਹ ਕਰਨੀ ਆ। ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਜਿਹੜਾ ਟੈਕਸ ਆ ਉਹ ਤੁਹਾਡੇ ਤੇ ਹੀ ਥੋਪਿਆ ਜਾਣਾ। ਜਿਵੇਂ ਹੁਣ ਪੈਟਰੋਲ ਆ, ਪੈਟਰੋਲ ਦੀ ਡੀਜ਼ਲ ਦੀ ਅਸਲੀ ਕੀਮਤ ਤਾਂ ਸਾਰੀ 50-55 ਰੁਪਏ ਆ, ਪਰ ਜਿਹੜਾ ਟੈਕਸ ਟਲਾ ਕੇ ਕਿੰਨਾ 100 ਰੁਪਏ ਦੇ ਕਰੀਬ ਅੱਜ ਹੋਇਆ ਪਿਆ। ਇਹ ਕਿਤੇ ਨਾ ਕਿਤੇ ਤੁਹਾਡੇ ਪਰੇ ਬੋਝ ਪੈਣਾ। ਹੁਣ ਕੱਲ ਕੋਲ ਵਾਸ਼ਿੰਗ ਵਾਲਾ ਖਬਰਾਂ ਲੱਗੀਆਂ ਸਾਹਮਣੇ ਆਈਆਂ ਕਿ ਕਿਵੇਂ ਜਿਹੜਾ ਕੇਂਦਰੀ ਬਿਜਲੀ ਟਰਮੀਨਲ ਆ ਉਹਨੇ 550 ਕਰੋੜ ਦਾ ਜਿਹੜਾ ਕਰੰਟ ਆ ਹਰਜਾਨਾ ਜਿਹੜਾ ਪੰਜਾਬ ਸਰਕਾਰ ਨੂੰ, ਖਾਸ ਕਰਕੇ ਪਾਵਰਕਾਮ ਨੂੰ ਮਾਰਿਆ। ਉਹ 550 ਕਰੋੜ ਦਾ ਜਿਹੜਾ ਭੁਗਤਾਨ ਆ ਪਾਵਰਕਾਮ ਨੂੰ ਨਿੱਜੀ ਕੰਪਨੀਆਂ ਜਿਹੜੀਆਂ ਉਹ ਕੋਲੇ ਦੇ ਨਾਂ ਪਰ ਉਹ ਦੇਣਾ ਪੈਣਾ। ਉਹ 550 ਕਰੋੜ ਰੁਪਏ ਕਿੱਥੇ ਦੇਣਾ? ਪੰਜਾਬ ਸਰਕਾਰ ਦੇ ਕੋਲ ਜਾਂ ਖਾਲੀ ਖਜ਼ਾਨਾ ਮੰਤਰੀ ਦੇ ਕੋਲ ਕੋਈ ਉਹ ਤਾਂ ਲੱਗਿਆ ਨਹੀਂ ਹੋਇਆ, ਕੋਈ ਦਰਖਤ ਤਾਂ ਹੈ ਨਹੀਂ ਜਿਹਦੇ ਕੋਲ ਤੇ ਨੋਟ ਉਤਾਰ ਕੇ ਜਾਂ ਨੋਟ ਤੋੜ ਕੇ ਕੰਪਨੀਆਂ ਨੂੰ ਦੇ ਦੇਣਗੇ। ਉਹ ਸਾਰਾ 550 ਕਰੋੜ ਰੁਪਇਆ ਲੋਕਾਂ ਦੀ ਬੋਝਾਂ ਤੇ ਪੈਣਾ। ਲੋਕਾਂ ਨੂੰ ਇਹ ਟੈਕਸ ਆ ਜਿਹੜਾ ਦੇਣਾ ਪੈਣਾ, ਚਾਹੇ ਸਿੱਧੇ ਹੋ ਕੇ ਦੇਣ, ਚਾਹੇ ਹੱਸ ਕੇ ਦੇਣ, ਚਾਹੇ ਰੋ ਕੇ ਦੇਣ। ਇਹ ਟੈਕਸ ਆ ਜਿਹੜਾ ਲੋਕਾਂ ਦੀਆਂ ਜੇਬਾਂ ਪਰ ਭਾਰੂ ਪੈਣਾ, ਲੋਕਾਂ ਨੂੰ ਦੇਣਾ ਹੀ ਪੈਣਾ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਆਪਣੇ ਨੁਮਾਇੰਦਿਆਂ ਨੂੰ ਇਹ ਸਵਾਲ ਖੜੇ ਕਰਨੇ ਚਾਹੀਦੇ ਆ ਕਿ ਸਾਨੂੰ ਕੋਈ ਚੀਜ਼ ਮੁਫਤ ਨਹੀਂ ਚਾਹੀਦੀ, ਸਾਨੂੰ ਸਹੂਲਤਾਂ ਜਿਹੜੀਆਂ ਚਾਹੀਦੀਆਂ, ਸਾਨੂੰ ਮੁਫਤ ਜੇ ਚਾਹੀਦੀ ਆ ਜਾਂ ਵਧੀਆ ਸਹੂਲਤਾਂ ਚਾਹੀਦੀਆਂ। ਸਾਨੂੰ ਬਿਜਲੀ ਚਾਹੀਦੀ ਹੈ, ਸਾਨੂੰ ਪਾਣੀ ਚਾਹੀਦਾ, ਸਾਨੂੰ ਸਿਹਤ ਸੇਵਾਵਾਂ ਚਾਹੀਦੀਆਂ, ਸਾਨੂੰ ਐਜੂਕੇਸ਼ਨ ਚਾਹੀਦੀ ਹੈ, ਸਾਨੂੰ ਇਹ ਚੀਜ਼ਾਂ ਸਸਤੀਆਂ ਚਾਹੀਦੀਆਂ। ਜੇ ਸਸਤੀਆਂ ਜਾਣਗੇ ਤਾਂ ਤੁਹਾਨੂੰ ਘੱਟੋ ਘੱਟ ਖਰਚ ਪਊਗੇ। ਮੰਨ ਲਓ ਬਿਜਲੀ ਸਸਤੀ ਮਿਲ ਸਕਦੀ ਆ ਜਾਂ ਹੈਲਥ ਦੀ ਜਿਹੜੀ ਸਕੀਮ ਆ ਉਹ ਸਸਤੀ ਮਿਲ ਜਾ। ਅਸੀਂ ਮੁਫਤ ਦੇ ਚੱਕਰਾਂ ਦੇ ਵਿੱਚ ਹੋ ਕਿਆ ਰਿਹਾ, ਜਿਹੜੇ ਲੋੜਵੰਦ ਲੋਕ ਨੇ, ਜਿਹੜੇ ਜਿਨ੍ਹਾਂ ਨੂੰ ਸਹੂਲਤ ਮਿਲਣੀ ਚਾਹੀਦੀ ਆ, ਉਹਨਾਂ ਨੂੰ ਇਹ ਸਹੂਲਤ ਨਹੀਂ ਮਿਲ ਰਹੀ। ਜਿਹੜੇ ਰੱਜੇ ਪੁੱਜੇ ਲੋਕ ਨੇ, ਜਿਹੜੇ 80 ਅਸਰ ਸੁੱਖ ਰੱਖਣ ਵਾਲੇ ਲੋਕ ਨੇ, ਉਹਨਾਂ ਨੂੰ ਇਹ ਸਹੂਲਤਾਂ ਜਿਹੜੀਆਂ ਮਿਲਦੀਆਂ। ਗਰੀਬ ਲੋਕ ਫਿਰ ਜਿਹੜਾ ਕਚੁੰਬਰ ਆਉਂਦਾ ਨਿਕਲਿਆ ਪਿਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਜਿਹੜੀ ਪਾਰਦਰਸ਼ਤਾ ਉਹ ਲਿਆਉਣੀ ਪਵੇਗੀ। ਇਹਨਾਂ ਨੂੰ ਕਿਤੇ ਨਾ ਕਿਤੇ ਰਿਫੋਰਮ ਦੀਆਂ ਜਿਹੜੀਆਂ ਆਪਾਂ ਗੱਲਾਂ ਕਰਦੇ ਆ, ਸੁਧਾਰ ਦੀਆਂ ਗੱਲਾਂ ਕਰਦੇ ਆ, ਸਰਕਾਰ ਨੂੰ ਬਹੁਤ ਵੱਡੇ ਪੱਧਰ ਤੇ ਸੁਧਾਰ ਕਰਨ ਦੀ ਜ਼ਰੂਰਤ ਆ। ਲੋਕਾਂ ਨੂੰ ਵੀ ਆਪਣੇ ਦੇ ਵਿੱਚ ਇੱਕ ਸੁਧਾਰ ਲਿਆਉਣਾ ਪਊਗਾ ਕਿ ਉਹਨਾਂ ਨੂੰ ਜਿਹੜੀਆਂ ਮੁਫਤ ਦੇ ਜਿਹੜੇ ਲੋਲੀਪੌਪ ਆ, ਮੁਫਤ ਖਾਣ ਦੀ ਜਿਹੜੀ ਆਦਤ ਪੈ ਗਈ ਆ, ਉਹ ਛੱਡਣੀ ਪਵੇਗੀ। ਜੇ ਮੰਗ ਕਰਨੀ ਪਵੇਗੀ ਤਾਂ ਉਹ ਲੋਕ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਮੰਗ ਕਰਨ ਕਿ ਸਾਨੂੰ ਐਜੂਕੇਸ਼ਨ ਚਾਹੀਦੀ ਆ, ਸਾਨੂੰ ਹੈਲਥ ਚਾਹੀਦੀ ਆ, ਜਾਂ ਫਿਰ ਸਾਡੇ ਬੱਚਿਆਂ ਨੂੰ ਚਾਹੀਦਾ ਰੁਜ਼ਗਾਰ ਪੈਦਾ ਕਰੋ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿਓ। ਸਾਨੂੰ ਜਦੋਂ ਰੁਜ਼ਗਾਰ ਮਿਲ ਗਏ ਅਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਟੈਕਸ ਆ ਉਹ ਵੀ ਦੇਣ ਨੂੰ ਤਿਆਰ ਆ। ਸਰ, ਜਾਸੂਸੀ ਦਾ ਮਸਲਾ ਕਾਫੀ ਗਰਮਾਇਆ ਹੋਇਆ ਹੈ। ਜੇ ਦੋਵਾਂ ਸਦਨਾਂ ਦੀ ਗੱਲ ਕਰੀਏ, ਮੌਨਸੂਨ ਇਜਲਾਸ ਦੇ ਵਿੱਚ ਖੇਤੀ ਕਾਨੂੰਨਾਂ ਦੇ ਨਾਲ ਜਾਸੂਸੀ ਦੇ ਮਸਲੇ ਨੂੰ ਲੈ ਕੇ, ਜਾਸੂਸੀ ਦਾ ਜਿਹੜਾ ਖਾਸ ਤੌਰ ਤੇ ਮਸਲਾ ਹੀ ਨਹੀਂ ਬਲਕਿ ਹੁਣ ਤੱਕ ਵਿਵਾਦ ਹੀ ਬਣ ਗਿਆ ਹੈ। ਵਿਰੋਧੀ ਧਿਰਾਂ ਲਗਾਤਾਰ ਸੱਤਾ ਧਿਰ ਨੂੰ ਘੇਰ ਰਹੀਆਂ ਨੇ ਔਰ ਹੁਣ ਇੱਕ ਹੋਮਗਾਰਡ ਦੇ ਕਮਾਂਡੈਂਟ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਨੇ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਦੀ ਮੰਗ ਕੀਤੀ ਹੈ। ਉਹਨਾਂ ਨੇ ਸ਼ੰਕਾ ਜ਼ਾਹਿਰ ਕੀਤਾ ਹੈ ਕਿ ਜਾਸੂਸੀ ਜਿਹੜੀ ਉਹਨਾਂ ਦੀ ਕਰਵਾਈ ਜਾ ਰਹੀ ਹੈ। ਕਮਲ,
ਉਹਨਾਂ ਨੇ ਸ਼ੰਕਾ ਜ਼ਾਹਰ ਨਹੀਂ ਕੀਤੀ। ਉਹਨਾਂ ਨੇ ਕੇਐਸ ਘੁੰਮਣ ਨੇ ਜਿਹੜੇ ਕਮਾਂਡੈਂਟ ਜਨਰਲ ਨੇ ਉਹਨਾਂ ਨੇ ਪੰਜਾਬ ਦੇ ਗ੍ਰਹਿ ਵਿਭਾਗ ਅਧਿਕਾਰੀਆਂ ਤੇ ਦੋਸ਼ ਲਾਏ ਨੇ ਕਿ ਉਹਨਾਂ ਦੀ ਜਸੂਸੀ ਕਰਵਾਈ ਜਾ ਰਹੀ ਹੈ। ਦੋਸ਼ ਲਾਏ ਨੇ ਕਿਉਂਕਿ ਮਾਮਲਾ ਦੋ ਗ੍ਰਹਿ ਵਿਭਾਗ ਤੇ ਕਮਾਂਡੈਂਟ ਜਿਹੜੇ ਹੈਗੇ ਨੇ ਕੇਐਸ ਘੁੰਮਣ ਇਹਨਾਂ ਦੇ ਵਿਚਕਾਰ ਫਸਿਆ ਹੋਇਆ ਹੈ। ਤਣਾ ਤਣੀ ਇਹਨਾਂ ਦੇ ਵਿੱਚ ਚੱਲ ਰਹੀ ਆ। ਮਾਮਲਾ ਇਹ ਆ ਕਿ ਜਿਹੜੇ ਕੇਐਸ ਘੁੰਮਣ ਨੇ ਜੋ ਗ੍ਰਹਿ ਵਿਭਾਗ ਦੇ ਅਧਿਕਾਰੀ ਦੋਸ਼ ਲਾ ਰਹੇ ਨੇ ਕਿ ਕੇਐਸ ਘੁੰਮਣ ਨੇ ਸਰਕਾਰ ਨੂੰ ਬਿਨਾਂ ਦੱਸੇ, ਬਿਨਾਂ ਪਰਮਿਸ਼ਨ ਲਏ, ਬਿਨਾਂ ਆਗਿਆ ਲਏ ਇਹ ਵਿਦੇਸ਼ ਚਲੇ ਗਏ। ਜਦ ਕਿ ਕੇਐਸ ਘੁੰਮਣ ਕਹਿੰਦੇ ਨੇ ਕਿ ਉਹਨਾਂ ਨੇ ਬਕਾਇਦਾ ਸਰਕਾਰ ਤੋਂ ਮਨਜ਼ੂਰੀ ਲਈ ਛੁੱਟੀ ਲਈ ਆ। ਛੁੱਟੀ ਲੈਣ ਤੋਂ ਬਾਅਦ ਉਹ ਵਿਦੇਸ਼ ਗਏ ਨੇ, ਜਿਸ ਕਰਕੇ ਦੋਵਾਂ ਵਿਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਤਕਰਾਰਬਾਜ਼ੀ ਹੋ ਗਈ। ਤਾਂ ਬਿਨਾਂ ਆਗਿਆ ਤੋਂ, ਬਿਨਾਂ ਛੁੱਟੀ ਲੈਣ ਤੋਂ ਵਿਦੇਸ਼ ਜਾਣ ਕਰਕੇ ਜਿਹੜਾ ਗ੍ਰਹਿ ਵਿਭਾਗ ਆ ਉਹਨਾਂ ਨੇ ਕੇਐਸ ਘੁੰਮਣ ਨੂੰ ਚਾਰਜ ਸ਼ੀਟ ਜਾਰੀ ਕਰਤਾ। ਚਾਰਜ ਸ਼ੀਟ ਕਰਕੇ ਉਹਨਾਂ ਦੀ ਪੜਤਾਲ ਆ ਜਿਹੜੀ ਖੁੱਲ ਗਈ, ਜਿਸ ਕਰਕੇ ਮਾਮਲਾ ਜਿਹੜਾ ਅੱਗੇ ਬਹੁਤ ਵੱਧ ਚੁੱਕਿਆ ਤੇ ਉਹਨਾਂ ਨੇ ਆਪਣੀ ਪੜਤਾਲ ਦੇ ਵਿੱਚ ਜਿਹੜੀ ਚਾਰਜ ਸ਼ੀਟ ਆ ਉਹਦੇ 'ਚ ਇਹ ਲਿਖਤਾ ਕਿ ਉਹ ਬਿਨਾਂ ਦੱਸੇ ਤੇ ਵਿਦੇਸ਼ ਗਏ ਨੇ। ਜਿਸ ਕਰਕੇ ਕੇਐਸ ਘੁੰਮਣ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਨਿੱਜਤਾ ਦਾ ਅਧਿਕਾਰ ਆ ਕਿ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਵਿਦੇਸ਼ ਗਏ ਨੇ। ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਪੂਰਾ ਜਿਹੜਾ ਡਾਟਾ ਉਹ ਇਕੱਤਰ ਕੀਤਾ। ਉਹਨਾਂ ਦੇ ਨਿੱਜਤਾ ਦੇ ਅਧਿਕਾਰ ਦੇ ਉੱਪਰ ਇੱਕ ਤਰ੍ਹਾਂ ਦੀ ਦਖਲਅੰਦਾਜ਼ੀ ਕੀਤੀ ਹੈ, ਉਹਨਾਂ ਦੀ ਜਸੂਸੀ ਕੀਤੀ ਆ, ਜਿਹਦੇ ਕਰਕੇ ਉਹਨਾਂ ਨੇ ਦੋਸ਼ ਲਾਏ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਆ ਕਿ ਜਿਹੜਾ ਗ੍ਰਹਿ ਵਿਭਾਗ ਦੇ ਅਧਿਕਾਰੀ ਆ ਉਹਨਾਂ ਨੇ ਉਹਨਾਂ ਦੀ ਜਸੂਸੀ ਕੀਤੀ ਆ, ਜਿਸ ਕਰਕੇ ਉਹ ਅਜਿਹੇ ਟੈਂਸ ਦੇ ਮਾਹੌਲ ਦੇ ਵਿੱਚ ਨੌਕਰੀ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਉਹਨਾਂ ਨੇ 3 ਮਹੀਨੇ ਪਹਿਲਾਂ ਪ੍ਰੀ ਮੈਚੋਰ ਜਿਹੜੀ ਰਿਟਾਇਰਮੈਂਟ ਮੰਗੀ ਆ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਾ ਕੇ। ਦੂਜੇ ਪਾਸੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦਾ ਇਹ ਪਲਟਵਾਰ ਆ। ਉਹਨਾਂ ਨੇ ਇਹ ਕਿਹਾ ਕਿ ਇਹ ਬਿਨਾਂ ਦੱਸੇ ਬਾਹਰ ਗਿਆ, ਬਾਹਰ ਜਾ ਕੇ ਇਹਨਾਂ ਨੇ ਮਹਿਕਮੇ ਨੂੰ ਭਰੋਸੇ 'ਚ ਨਹੀਂ ਲਿਆ, ਜਿਸ ਕਰਕੇ ਇਹਨਾਂ ਦੇ ਖਿਲਾਫ ਚਾਰਜ ਸ਼ੀਟ ਖੁੱਲੀ ਹੋਈ ਆ। ਇਹਨੂੰ ਪ੍ਰੀ ਮੈਚੋਰ ਰਿਟਾਇਰਮੈਂਟ ਕਿਵੇਂ ਦਿੱਤੀ ਜਾਵੇ। ਇਹ ਮਾਮਲਾ ਹੁਣ ਮੁੱਖ ਮੰਤਰੀ ਦੇ ਕੋਲ ਪਹੁੰਚ ਗਿਆ ਨੇ। ਮੁੱਖ ਮੰਤਰੀ ਨੇ ਦੇਖਣਾ ਕਿ ਉਹਨਾਂ ਨੂੰ ਪ੍ਰੀ ਮੈਚੋਰ ਰਿਟਾਇਰਮੈਂਟ ਦੇਣੀ ਆ ਜਾਂ ਉਹਨਾਂ ਦੀ ਜਿਹੜੀ ਪੜਤਾਲ ਆ ਉਹ ਜਾਰੀ ਰੱਖੀ ਜਾਣੀ ਹੈ। ਅਸਲ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਜਿਹੜਾ ਹੋਮਗਾਰਡ ਡਿਪਾਰਟਮੈਂਟ ਆ ਉਹਨੂੰ ਬੈਂਡ ਅਪ ਕਰਨ ਦੇ ਹੁਕਮ ਦਿੱਤੇ ਹੋਏ ਨੇ। ਹੋਮਗਾਰਡ ਉਹ ਆ ਜਦੋਂ ਅੱਤਵਾਦ ਦਾ ਸਮਾਂ ਸੀਗਾ, ਟੈਰਰ ਪੰਜਾਬ ਦੇ ਵਿੱਚ ਪੂਰਾ ਸੀਗਾ, ਤਾਂ ਵੱਡੀ ਪੱਧਰ ਤੇ ਜਿਹੜੇ ਹੋਮਗਾਰਡ ਦੇ ਜਵਾਨ ਨੇ ਜਾਂ ਐਸਪੀਓ ਤੇ ਜਾਂ ਹੋਰ ਜਿਹੜੇ ਸੁਰੱਖਿਆ ਫੋਰਸਜ਼ ਨੇ, ਉਹ ਏਜੰਸੀਆਂ ਨੇ, ਉਹਨਾਂ ਨੇ ਅਮਨ ਸ਼ਾਂਤੀ ਰੱਖਣ ਵਾਸਤੇ ਜੋ ਇਹਨਾਂ ਦੀ ਭੂਮਿਕਾ ਸੀਗੀ ਉਹਨਾਂ ਨੇ ਕੀਤੀ। ਜੋ ਕਾਰਜ ਇਹਨਾਂ ਨੇ ਕਰਨੇ ਤੇ ਉਹ ਕੀਤੇ ਨੇ, ਪਰ ਹੁਣ ਉਹਨਾਂ ਦੀ ਲੋੜ ਨਹੀਂ ਪੈ ਰਹੀ। ਇਸ ਕਰਕੇ ਸਰਕਾਰ ਨੇ ਉਹਨੂੰ ਬੈਂਡ ਅਪ ਕਰਨ ਦਾ ਇੱਕ ਜਿਹੜੀ ਚਿੱਠੀ ਹੈ, ਇੱਕ ਫੈਸਲਾ ਉਹ ਕੱਢਿਆ ਹੋਇਆ। ਉਹਦੇ ਤਹਿਤ ਜਿਹੜੇ ਮੁਲਾਜ਼ਮ ਹੁਣ ਜਾਈ ਜਾਣਗੇ, ਰਿਟਾਇਰ ਹੋਣਗੇ ਜਾਂ ਨੌਕਰੀ ਛੱਡ ਜਾਣਗੇ, ਉਹਨਾਂ ਦੀ ਜਗ੍ਹਾ ਨਵਾਂ ਕੋਈ ਵੀ ਮੁਲਾਜ਼ਮ ਆ ਜਿਹੜਾ ਭਰਤੀ ਨਹੀਂ ਕੀਤਾ ਜਾਵੇਗਾ। ਜੇ ਕੋਈ ਨਵੀਂ ਭਰਤੀ ਹੋਊਗੀ ਉਹ ਸਿਰਫ ਤੇ ਸਿਰਫ ਪੰਜਾਬ ਪੁਲਿਸ ਵਿੱਚ ਹੋਵੇਗੀ। ਇਸ ਕਰਕੇ ਜਿਹੜਾ ਇਹ ਮਹਿਕਮਾ ਹੌਲੀ ਹੌਲੀ ਜਿਹੜਾ ਬੈਂਡ ਅਪ ਹੋ ਜਾਣਾ, ਬੰਦ ਹੋ ਜਾਣਾ। ਇਸੇ ਕਰਕੇ ਹੁਣ ਜਿਹੜੇ ਕੇਐਸ ਘੁੰਮਣ ਨੇ, ਕਮਾਂਡੈਂਟ ਨੇ, ਇਹਨਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਹੁਣ ਜਦੋਂ ਇਹ ਮਹਿਕਮਾ ਰਹਿਣਾ ਹੀ ਨਹੀਂ ਹੈ, ਇੱਕ ਨਾ ਇੱਕ ਦਿਨ ਬੰਦ ਹੋ ਜਾਣਾ, ਤਾਂ ਇਹ ਵੀ ਆਪਣੀ ਫਿਊਚਰ ਨੂੰ ਦੇਖਦੇ ਹੋਏ ਇਹ ਨੌਕਰੀ ਛੱਡਣ ਵਾਸਤੇ ਵਿਦੇਸ਼ ਸੈੱਟ ਹੋਣ ਦੇ ਚੱਕਰ ਦੇ ਵਿੱਚ ਨੇ। ਇਸ ਕਰਕੇ ਇਹਨਾਂ ਦਾ ਆਪਸੀ ਵਿੱਚ ਹੀ ਤਕਰਾਰ ਜਿਹੜਾ ਇਹ ਚੱਲ ਰਿਹਾ ਤੇ ਇਹਨਾਂ ਨੇ ਖੁਲਾਸਾ ਵੀ ਕਰਤਾ ਕਿ ਜਿਹੜਾ ਵਿਭਾਗ ਆ ਇਹ ਬੰਦ ਹੋਣ ਜਾ ਰਿਹਾ। ਇਹ ਖਬਰਾਂ ਜਿਹੜੀਆਂ ਨਸ਼ਰ ਹੋਈਆਂ, ਜਿਸ ਕਰਕੇ ਦੋਵੇਂ ਵਿਭਾਗਾਂ ਦੇ ਵਿੱਚ ਆ ਜਾਣੀ ਕਿ ਤਣਾ ਤਣੀਆਂ ਜਿਹੜੀ ਚੱਲ ਰਹੀ ਹੈ। ਹੁਣ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਦੇਖੂਗੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਵਿਭਾਗ ਦੀ ਸੁਣਦੇ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਟਰਮ ਐਂਡ ਕੰਡੀਸ਼ਨ ਨੇ ਜਾਂ ਵਿਭਾਗੀ ਰੂਲ ਨੇ ਉਹਨਾਂ ਨੂੰ ਮੰਨਦੇ ਨੇ, ਜਾਂ ਫਿਰ ਜਿਹੜੇ ਇੱਕ ਇਹ ਕਮਾਂਡੈਂਟ ਨੇ ਇਹਨਾਂ ਦੇ ਚਿੱਠੀ ਪਰ ਇਹਨਾਂ ਦੀ ਤਰਸ ਨੂੰ ਮੰਨਦੇ ਹੋਏ ਇਹਨਾਂ ਨੂੰ ਪ੍ਰੀ ਮੈਚੋਰ ਰਿਟਾਇਰਮੈਂਟ ਦਿੰਦੇ ਨੇ। ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਇਹ ਮਾਮਲਾ ਇਹ ਭਾਵੇਂ ਕਿ ਨਵਾਂ ਨਹੀਂ, ਜਦੋਂ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੇਐਸ ਘੁੰਮਣ ਨੂੰ ਕਮਾਂਡੈਂਟ ਜਨਰਲ ਲਾਇਆ, ਉਹ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਰਿਵਰਟ ਕਰ ਦਿੱਤਾ ਗਿਆ, ਉਸ ਅਹੁਦੇ ਤੋਂ ਹਟਾ ਦਿੱਤਾ ਗਿਆ। ਜੇ ਇਸ ਹਟਾਉਣ ਤੋਂ ਬਾਅਦ ਕੇਐਸ ਘੁੰਮਣ ਨੇ ਹਾਈ ਕੋਰਟ ਦਾ ਰੁਖ ਕੀਤਾ, ਅਦਾਲਤ ਦਾ ਦਰਵਾਜ਼ਾ ਖਟਾਇਆ। ਜਿਹੜੀ ਅਦਾਲਤ ਨੇ ਫਿਰ ਕੇਐਸ ਘੁੰਮਣ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ, ਇਹਨਾਂ ਨੂੰ ਦੁਬਾਰਾ ਕਮਾਂਡੈਂਟ ਲਗਾਤਾ। ਤਾਂ ਉਸ ਤੋਂ ਬਾਅਦ ਹੀ ਜਿਹੜੀ ਕਿ ਗ੍ਰਹਿ ਵਿਭਾਗ ਤੇ ਇਹਨਾਂ ਦੇ ਵਿਚਕਾਰ ਆ ਜਿਹੜੀ ਖਟਾਸ ਆ ਜਿਹੜੀ ਪੈਦਾ ਹੋ ਗਈ, ਉਦੋਂ ਤੋਂ ਇਹ ਚੱਲੀ ਆ ਰਹੀ ਆ, ਜਿਸ ਕਰਕੇ ਇਹ ਹੁਣ ਅੱਜ ਜਿਹੜੀ ਇਹ ਅਖਬਾਰਾਂ ਦੀ ਸੁਰਖੀਆਂ ਬਣੀਆਂ ਨੇ। ਸਰ, ਪੰਜਾਬ ਦੇ ਵਿੱਚ ਨਾ ਅਲਰਟ ਜਾਰੀ ਕੀਤਾ ਗਿਆ ਹੈ। ਲੰਘੇ ਦਿਨੀ ਡੀਜੀਪੀ ਦਿਨਕਰ ਗੁਪਤਾ ਨੇ ਜਿਹੜੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਬੱਚਿਆਂ ਦੇ ਟਿਫਨ 'ਚੋਂ ਟਿਫਨ ਬੰਬ ਮਿਲੇ ਨੇ, ਔਰ ਉਹਨਾਂ ਨੇ ਡਿਸਕਲੋਜ਼ ਕੀਤਾ ਹੈ ਕਿ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਰਾਹੀਂ ਜਿਹੜੇ ਇਹ ਬੰਬ ਨੇ ਉਹ ਸੁੱਟੇ ਗਏ ਨੇ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਖਤੀ ਵਧਾਈ ਗਈ ਹੈ। ਖਾਸ ਤੌਰ ਤੇ 15 ਅਗਸਤ ਜਿਹੜੀ ਆਉਣ ਵਾਲੀ ਹੈ, ਔਰ 15 ਅਗਸਤ ਤੋਂ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਆਏ ਸਾਲ ਹੀ ਹੁੰਦੀਆਂ ਰਹਿੰਦੀਆਂ ਨੇ, ਪਰ ਡੀਜੀਪੀ ਦਿਨਕਰ ਗੁਪਤਾ ਨੇ ਬਿਲਕੁਲ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਵੱਡਾ ਅੱਤਵਾਦੀ ਹਮਲਾ ਜਿਹੜਾ ਹੋ ਸਕਦਾ ਸੀ। ਕਮਲ, ਦੇਖੋ 15 ਅਗਸਤ ਹੋਵੇ, 26 ਜਨਵਰੀ ਹੋਵੇ ਜਾਂ ਕੋਈ ਹੋਰ ਹਿਸਟੋਰੀਕਲ ਕੋਈ ਤਿਉਹਾਰ ਹੋਵੇ, ਕੋਈ ਦਿਨ ਹੋਵੇ,
ਉਹਨਾਂ ਦੇ ਸਮਿਆਂ ਨੂੰ ਲੈ ਕੇ ਫਿਰ ਜਿਹੜੀਆਂ ਸਿਕਿਉਰਟੀ ਏਜੰਸੀਆਂ ਅਲਰਟ ਜਿਹੜੀਆਂ ਹੁੰਦੀਆਂ ਨੇ ਤੇ ਅਲਰਟ ਵੀ ਰੱਖਦੀਆਂ ਨੇ। ਇਸ ਕਰਕੇ ਹੁਣ ਜਿਹੜੇ ਇਹ ਕੱਲ ਹਥਿਆਰ ਆ ਜਿਹੜੇ ਉੱਥੋਂ ਬਰਾਮਦ ਹੋਏ ਨੇ ਜਾਂ ਟਿਫਨ ਬੰਬ ਦੀ ਗੱਲ ਤੁਸੀਂ ਕੀਤੀ ਆ, ਡਰੋਨ ਦੇ ਰਾਹੀਂ ਜਿਹੜੇ ਪੰਜਾਬ ਦੀ ਧਰਤੀ ਤੇ ਸੁੱਟੇ ਗਏ ਨੇ। ਦਿਨਕਰ ਗੁਪਤਾ ਨੇ ਡੀਜੀਪੀ ਨੇ ਇਹੀ ਖਾਸਾ ਪ੍ਰਗਟ ਕੀਤਾ ਕਿ ਸੀਮਾ ਪਾਰ ਤੋਂ ਮਤਲਬ ਪਾਕਿਸਤਾਨ ਤੋਂ ਆਏ ਨੇ। ਹਾਲਾਂਕਿ ਪਤਾ ਨਹੀਂ ਲੱਗਿਆ ਕਿ ਇਹ ਜਿਹੜਾ ਸਮਾਨ ਸੀਗਾ, ਜਿਹੜੀ ਵਿਸਫੋਟਕ ਸਮੱਗਰੀ ਆ RDX ਟਿਫਨ ਬੰਬ, ਇਹ ਕਿਸ ਜਥੇਬੰਦੀ ਕੋਲ ਪਹੁੰਚਣੇ ਤੇ ਜਾਂ ਕਿਸ ਨੇ ਭੇਜੇ ਤੇ। ਇਹ ਮੇਡ ਇਨ ਚਾਈਨਾ ਦੇ ਜਿਹੜੇ ਬਣੇ ਹੋਏ ਆ। ਫਿਲਹਾਲ ਜਿਹੜਾ ਪੁਲਿਸ ਮੁਖੀ ਨੇ ਇਹੀ ਦਾਅਵਾ ਕੀਤਾ ਕਿ ਉਹਨਾਂ ਨੂੰ ਇੱਕ ਜਿਹੜਾ ਐਕਸ ਸਰਪੰਚ ਆ ਉਹਦੇ ਵੱਲੋਂ ਕਾਲ ਆਈ, ਜਿਸ ਤੇ ਕਾਲ ਤੋਂ ਬਾਅਦ ਪੁਲਿਸ ਨੇ ਉੱਥੇ ਤੇ ਇਹ ਸਾਰਾ ਸਮਾਨ ਆ ਜਿਹੜਾ ਬਰਾਮਦ ਕੀਤੀ ਹੈ ਤੇ ਵੱਡੀ ਜਿਹੜੀ ਘਟਨਾ ਹੈ, ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਹ ਸਾਰੇ ਮਾਮਲੇ ਦੀ ਜਿਹੜੀ ਜਾਂਚ ਆ ਉਹ ਕਰ ਰਹੀਆਂ। ਪਰ ਕਿਤੇ ਨਾ ਕਿਤੇ ਇਹ ਸਾਰਾ ਕੁਝ ਜਿਹੜਾ ਮਾਮਲਾ ਜਿਹੜੀਆਂ ਸਿਕਿਉਰਟੀ ਏਜੰਸੀਆਂ ਜਿੱਥੇ ਉਹਨਾਂ ਦੀ ਪੋਲ ਖੋਲਦਾ, ਕਿਉਂਕਿ ਬਾਰ-ਬਾਰ ਜਿਹੜੀ ਪਾਕਿਸਤਾਨ ਵੱਲੋਂ ਕਦੇ ਇਹ ਪਹਿਲੀ ਵਾਰੀ ਨਹੀਂ ਆਇਆ, ਕਈ ਵਾਰੀ ਜਿਹੜੀਆਂ ਡਰੋਨ ਦੇ ਰਾਹੀਂ ਜਿਹੜਾ ਸਮਾਨ ਆ, ਚਾਹੇ ਨਸ਼ੇ ਆ ਜਾਂ ਹੋਰਾ ਸੁੱਟਿਆ ਜਾ ਰਿਹਾ, ਕਿਤੇ ਨਾ ਕਿਤੇ ਜਿਹੜੀ ਉਹ ਸਿਕਿਉਰਟੀ ਲੈਪਸ ਆ ਉਹ ਵੀ ਦਿਖ ਰਹੀ ਆ। ਤੇ ਦੂਜੀ ਪਾਸੇ ਇਹ ਵੀ ਗੱਲ ਹੈ ਕਿ ਇਹ ਕਈ ਜਿਹੜੇ ਸਿਆਸੀ ਮਾਰ ਆ ਉਹ ਇਸ ਗੱਲ ਨੂੰ ਵੀ ਲੈ ਕੇ ਮੰਨਦੇ ਨੇ ਕਿ ਇਹ ਜਦੋਂ ਵੋਟਾਂ ਨੇੜੇ ਹੁੰਦੀਆਂ ਤਾਂ ਪੰਜਾਬ ਦੇ ਵਿੱਚ ਇਹ ਸਿਆਸੀ ਇੱਕ ਮਾਹੌਲ ਪੈਦਾ ਕੀਤਾ ਜਾਂਦਾ ਕਿ ਲੋਕਾਂ ਦੇ ਇੱਕ ਡਰ ਤੇ ਜਿਹੜਾ ਭੈ ਦਾ ਮਾਹੌਲ ਪੈਦਾ ਹੋ ਜਾਵੇ। ਜਿਸ ਤਰੀਕੇ ਨਾਲ ਮੌੜ ਮੰਡੀ ਬੰਬ ਬਲਾਸਟ ਹੋਇਆ, ਜਿਵੇਂ ਮੌੜ ਮੰਡੀ ਬੰਬ ਹੋਇਆ, ਧਮਾਕਾ ਹੋਇਆ ਸੀਗਾ, ਕੁਝ ਹੋਰ ਹੋਏ ਸੀਗੇ। ਇੱਕ ਮਾਹੌਲ ਆ ਜਿਹੜਾ ਉਹ ਡਰ ਦੀ ਜਿਹੜੀ ਰਾਜਨੀਤੀ ਆ ਉਹ ਕੀਤੀ ਜਾ ਰਹੀ ਹੈ। ਲੋਕਾਂ ਨੂੰ ਡਰਾਇਆ ਜਾ ਰਿਹਾ, ਲੋਕਾਂ ਨੂੰ ਉਕਸਾਇਆ ਜਾ ਰਿਹਾ ਵੀ ਕਿਵੇਂ ਨਾ ਕਿਵੇਂ ਜੇਕਰ ਕੱਲ ਨੂੰ ਦੂਜੀ ਪਾਰਟੀ ਦੀ ਸਰਕਾਰ ਆ ਜਾਂਦੀ ਆ, ਹੋ ਸਕਦਾ ਵੀ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਜਾਂ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਖਰਾਬ ਹੋ ਜਾਣ। ਇਸ ਕਰਕੇ ਇਹ ਜਿਹੜੇ ਲੋਕ ਨੇ ਉਹ ਵੀ ਮੰਨਦੇ ਨੇ ਕਿ ਇਹ ਜਾਣਬੁੱਝ ਕੇ ਇੱਕ ਸਾਜ਼ਿਸ਼ ਹੋ ਸਕਦੀ ਹੈ। ਪਰ ਇਹ ਬਿਲਕੁਲ ਜੇ ਸਾਜ਼ਿਸ਼ ਵੀ ਹੈ, ਪਰ ਕਿਤਨਾ ਕਿਤੇ ਜਿਹੜੀ ਲੋਕਾਂ ਦੀ ਸਿਕਿਉਰਟੀ ਆ ਇਹ ਤਾਂ ਸਭ ਤੋਂ ਜ਼ਰੂਰੀ ਹੈ ਨਾ। ਮਾਸਟਰ ਕਿਸੇ ਵੀ ਜਿਹੜਾ ਬੇਕਸੂਰ ਲੋਕ ਆ ਉਹਦੀ ਜਾਨ ਨਹੀਂ ਜਾਣੀ ਚਾਹੀਦੀ, ਹਰੇਕ ਨੂੰ ਜੀਣ ਦਾ ਹੱਕ ਆ। ਫਿਲਹਾਲ ਜਿਹੜੀ ਇਹ ਪੰਜਾਬ ਪੁਲਿਸ ਨੇ ਉੱਥੇ ਬਰਾਮਦੀ ਕੀਤੀ ਹੈ, ਆਪਣੇ ਆਪ ਦੀ ਇਹਨਾਂ ਦੀ ਵੱਡੀ ਕਾਮਯਾਬੀ ਆ। ਤੇ ਲੋਕਾਂ ਨੂੰ ਜ਼ਰੂਰ ਅਲਰਟ ਹੈ ਜਿਹੜਾ ਉਹ ਆਪਣੇ ਆਪ ਨੂੰ ਰੱਖਣਾ ਚਾਹੀਦਾ ਤੇ ਰਹਿਣਾ ਚਾਹੀਦਾ। ਜਿਵੇਂ ਕਿ ਡੀਜੀਪੀ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਮਾਨ ਮਿਲਦਾ, ਕੋਈ ਅਣਪਛਾਤੀ ਕੋਈ ਚੀਜ਼ ਮਿਲਦੀ ਹੈ, ਕੋਈ ਟਿਫਨ ਮਿਲਦਾ, ਕੋਈ ਬੈਗ ਮਿਲਦਾ, ਤਾਂ ਉਹ ਤੁਰੰਤ ਜਿਹੜੀ ਪੁਲਿਸ ਨੂੰ 100 ਨੰਬਰ ਤੇ ਜਾਂ ਜਿਹੜੀ ਉਹਨਾਂ ਦੀਆਂ ਹੋਰ ਫੋਨ ਨੰਬਰ ਨੇ ਉਹਨਾਂ ਤੇ ਸੁਚੇਤ ਕਰਨ, ਉਹਨਾਂ ਤੇ ਕਾਲ ਕਰਨ ਤਾਂ ਕਿ ਕੋਈ ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕੀ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਪੰਜਾਬ ਸਰਕਾਰ ਹੁਣ ਬੈਂਕ ਖਾਤਿਆਂ ਤੋਂ ਨਿਕਲ ਕੇ ਚੈੱਕਾਂ ਤੇ ਆ ਗਈ ਹੈ। ਯਾਨੀ ਕਿ ਜਿਹੜੇ ਬੁਢਾਪਾ ਤੇ ਵਿਧਵਾ ਪੈਨਸ਼ਨਸ ਨੇ ਉਹਨਾਂ ਨੂੰ ਅਦਾਇਗੀ ਜਿਹੜੀ ਆ ਬੈਂਕ ਟ੍ਰਾਂਜੈਕਸ਼ਨ ਦੇ ਰਾਹੀਂ ਨਹੀਂ ਬਲਕਿ ਚੈਕਸ ਦੇ ਰਾਹੀਂ ਹੋਏਗੀ। ਇਸ ਦੇ ਪਿੱਛੇ ਇੱਕ ਵੱਡੀ ਰਣਨੀਤੀ ਮੰਨੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ 2022 ਦੀ ਇੱਕ ਚੈੱਕ ਦੇ ਪਿੱਛੇ ਇੱਕ ਵੋਟ ਜਿਹੜੀ ਆ ਉਸ ਨੂੰ ਵਸੂਲਣ ਦੀ ਤਿਆਰੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ। ਔਰ ਨਾਲ ਹੀ ਗੱਲਬਾਤ ਕੀਤੀ ਕਿ ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵਿੱਚ ਵੀ ਜਾਸੂਸੀ ਦਾ ਮਸਲਾ ਜਿਹੜਾ ਹੈ ਉਹ ਹੋਂਦ ਵਿੱਚ ਆ ਗਿਆ ਹੈ। ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਤੇ ਹੋਮਗਾਰਡ ਦੇ ਅਧਿਕਾਰੀ ਜਿਹੜੇ ਨੇ ਆਪਸ ਦੇ ਵਿੱਚ ਉਲਝੇ ਨੇ ਜਾਸੂਸੀ ਦੇ ਮਾਮਲੇ ਨੂੰ ਲੈ ਕੇ। ਔਰ ਸਪੈਸ਼ਲ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਇਹੋ ਜਿਹੇ ਮੁੱਦੇ ਲੈ ਕੇ ਰੂਬਰੂ ਹੁੰਦੇ ਰਵਾਂਗੇ, ਫਿਰ ਹਾਜ਼ਰ ਹੋਵਾਂਗੇ ਅਗਲੇ ਐਪੀਸੋਡ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।